ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ, ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸੰਧਿਆ ਦੇ ਵੇਲੇ, ਸ਼ਾਮ ਦੇ ਵੇਲੇ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਸਤਿਗੁਰਾਂ ਦੇ ਮਹਾਂਪੁਰਖਾਂ ਦੇ ਪਵਿੱਤਰ ਸਥਾਨ ਦੇ ਉੱਤੇ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸ਼ਾਮ ਦੇ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਗੁਰੂ ਕੀ ਬਾਣੀ ਦੇ ਮਨੋਹਰ ਕੀਰਤਨ ਉਪਰੰਤ ਰਹਿਰਾਸ ਸਾਹਿਬ ਦਾ ਪਾਠ ਸਰਵਣ ਕੀਤਾ ਹੈ ਤੇ ਹੁਣ ਗੁਰੂ ਕੇ ਇਤਿਹਾਸ ਦੀ ਲੜੀਵਾਰ ਕਥਾ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਇਤਿਹਾਸ ਜੋ ਲੜੀਵਾਰ ਚੱਲ ਰਿਹਾ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚੱਲ ਰਹੇ ਇਤਿਹਾਸ ਵਿੱਚ ਪਿਆਰੇ ਭਾਈ ਦਇਆ ਸਿੰਘ ਜੀ ਬ੍ਰਹਮਬੇਤੇ ਗੁਰਸਿੱਖ ਗੁਰੂ ਕੇ ਪ੍ਰਸ਼ਨਾਂ ਦੇ ਸਤਿਗੁਰੂ ਜੀ ਦੀ ਆਗਿਆ ਦੇ ਮੁਤਾਬਕ ਤਸੱਲੀ ਬਖਸ਼ ਜਵਾਬ ਦੇ ਰਹੇ ਹਨ। ਸਿਆਣੇ ਗੁਰਸਿੱਖਾਂ ਵੱਲੋਂ, ਸਿਆਣੇ ਖਾਲਸਿਆਂ ਵੱਲੋਂ, ਵਿਦਵਾਨ ਸੱਜਣਾਂ ਦੇ ਵੱਲੋਂ ਜੋ ਕੁਝ ਸਵਾਲ ਕੀਤੇ ਗਏ ਉਹਨਾਂ ਦੀ ਬਾਬਤ ਪਿਆਰੇ ਭਾਈ ਦਇਆ ਸਿੰਘ ਜੀ ਦੱਸਦਿਆਂ ਹੋਇਆਂ ਜੋ ਕਥਾ ਇੱਥੋਂ ਤੱਕ ਪਹੁੰਚੀ ਸੀ ਕਿ ਪਿਆਰੇ ਭਾਈ ਦਇਆ ਸਿੰਘ ਜੀ ਬ੍ਰਹਮ ਗਿਆਨ ਦਾ ਉਪਦੇਸ਼ ਗੁਰੂ ਕੀਆਂ ਸੰਗਤਾਂ ਨੂੰ ਦੱਸ ਰਹੇ ਹਨ। ਸੋ ਇਸ ਅਧਿਆਇ ਦੇ ਵਿੱਚ ਆਪਾਂ ਪਿੱਛੇ ਸਰਵਣ ਕੀਤਾ ਕਿ ਜੋ ਬ੍ਰਹਮ ਗਿਆਨ ਹੈ ਉਹ 4 ਪ੍ਰਕਾਰ ਦਾ ਹੈ। ਸ਼ਰਵਣ ਹੈ, ਮੰਨਣ ਹੈ, ਨਿਧਿਆਸਨ ਹੈ ਔਰ ਸਾਖਿਆਤ ਰੂਪ ਵਿੱਚ ਹੈ। ਸੋ ਇਹਨਾਂ ਵਿੱਚੋਂ ਸ਼ਰਵਣ ਦੀ ਬਾਬਤ ਆਪਾਂ ਬਹੁਤ ਵਿਸਥਾਰ ਸਹਿਤ ਸਰਵਣ ਕੀਤਾ, ਸੁਣ ਲਿਆ। ਬੀਤੇ ਕੱਲ੍ਹ ਮੰਨਣ ਦੀ ਬਾਬਤ ਆਪਾਂ ਨੇ ਸਰਵਣ ਕੀਤਾ ਹੈ। ਸੋ ਮਨ ਦੀਆਂ 5 ਪ੍ਰਕਾਰ ਦੀਆਂ ਬਿਰਤੀਆਂ ਦਾ ਜ਼ਿਕਰ ਪਿਆਰੇ ਭਾਈ ਦਇਆ ਸਿੰਘ ਜੀ ਨੇ ਗੁਰੂ ਕੀਆਂ ਸੰਗਤਾਂ ਦੇ ਸਾਹਮਣੇ ਰੱਖਿਆ ਕਿ ਮਨ ਦੀਆਂ ਜਿਹੜੀਆਂ 5 ਪ੍ਰਕਾਰ ਦੀਆਂ ਬਿਰਤੀਆਂ ਹਨ, ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਗੁਰਸਿੱਖ ਭਾਈ ਦਇਆ ਸਿੰਘ ਜੀ ਗੁਰੂ ਕੀਆਂ ਸੰਗਤਾਂ ਨੂੰ ਦੱਸ ਰਹੇ ਹਨ ਕਿ ਜੋ ਆਤਮਾ ਹੈ ਉਹਦਾ ਕਦੇ ਵੀ ਵਿਨਾਸ਼ ਨਹੀਂ ਹੁੰਦਾ। ਉਹ ਆਤਮਾ ਜਿਹੜੀ ਹਰ ਪ੍ਰਕਾਰ ਦੇ ਵਿਕਾਰਾਂ ਤੋਂ ਰਹਿਤ ਹੈ। ਆਤਮਾ ਦੇ ਉੱਤੇ ਕਦੇ ਬਾਲਪਣ ਨਹੀਂ ਆਉਂਦਾ, ਕਦੇ ਤਰਨ ਅਵਸਥਾ, ਯੁਵਾ ਅਵਸਥਾ ਨਹੀਂ ਆਉਂਦੀ, ਜਵਾਨੀ ਨਹੀਂ ਆਉਂਦੀ। ਦੁੱਖ ਸੁੱਖ ਦਾ, ਠੰਡੇ ਤੱਤੇ ਦਾ, ਖੁਸ਼ੀ ਗਮੀ ਦਾ ਕੋਈ ਅਨੁਭਵ ਆਤਮਾ ਨੂੰ ਨਹੀਂ ਹੁੰਦਾ ਹੈ। ਸੋ ਸਾਖੀ ਰੂਪ ਹੈ ਜੋ ਸਭ ਕੁਝ ਅੰਦਰ ਬੈਠਾ ਦੇਖ ਰਿਹਾ ਹੈ, ਉਹ ਸਰੂਪ ਆਤਮਾ ਦਾ ਹੈ। ਸੋ ਇਸ ਪ੍ਰਕਾਰ ਕਹਿੰਦੇ 5 ਪ੍ਰਕਾਰ ਦੇ ਜਿਹੜੇ ਅੱਗੇ ਇਹ ਮਨ ਦੀਆਂ ਬਿਰਤੀਆਂ ਹਨ। ਪੰਚਾਬਿਰਧ ਮਨ ਕੀ ਬਿਰਤ ਦਾ ਜੋ ਜ਼ਿਕਰ ਪਿਆਰੇ ਭਾਈ ਦਇਆ ਸਿੰਘ ਜੀ ਕਰਦੇ ਆ। ਪਹਿਲੀ ਬਿਰਤੀ ਹੈ ਪ੍ਰਮਾਣ ਬਿਰਤੀ, ਦੂਸਰੀ ਹੈ ਵਿਪਰਜੈ, ਇਸੇ ਪ੍ਰਕਾਰ ਵਿਕਲਪ ਬਿਰਤੀ ਹੈ, ਚੌਥੀ ਨਿੰਦਰਾ ਬਿਰਤੀ ਹੈ ਅਤੇ 5ਵੀਂ ਸਿਮਰਤੀ ਬਿਰਤੀ ਹੈ। ਇਹਨਾਂ ਦੀ ਬਾਬਤ ਵੀ ਆਪਾਂ ਵਿਸਥਾਰ ਸਹਿਤ ਜਾਣਿਆ। ਥੋੜ੍ਹਾ ਜਿਹਾ ਆਪਾਂ ਇਹਨੂੰ ਰੀਕੈਪ ਕਰ ਲਈਏ, ਪਿਛਲਾ ਅਧਿਆਏ ਨਾਲ ਜੋੜ ਲਈਏ। ਪਿਛਲਾ ਜੋ ਪ੍ਰਸੰਗ ਚੱਲ ਰਿਹਾ ਦੱਸਦੇ ਹਨ ਕਿ ਪ੍ਰਮਾਣ ਬਿਰਤੀ ਕੀ ਹੈ। ਅੰਤःਕਰਨ ਦੀ ਜਿਹੜੀ ਬਿਰਤੀ ਹੈ, ਜਦੋਂ ਉਹਨੇ ਕੋਈ ਵਿਸ਼ੇ ਰਸ ਨੂੰ ਭੋਗਣਾ ਹੁੰਦਾ ਹੈ ਤਾਂ ਉਹ ਇੰਦਰੀਆਂ ਦੁਆਰਾ ਬਾਹਰ ਆ ਕੇ ਵਿਸ਼ੇ ਰਸਾਂ ਦਾ ਆਨੰਦ ਲੈਂਦੀ ਹੈ। ਆਪ ਡਾਇਰੈਕਟ ਜਿਹੜੀ ਹੈ ਮਨ ਦੀ ਬਿਰਤੀ ਉਹ ਇੰਦਰੀਆਂ ਵਿਸ਼ੇ ਰਸਾਂ ਦਾ ਆਨੰਦ ਨਹੀਂ ਮਾਣਦੀ, ਬਲਕਿ ਇੰਦਰੀਆਂ ਦੇ ਥਰੂ, ਇੰਦਰੀਆਂ ਦੇ ਰਾਹੀਂ ਜਿਵੇਂ ਸੋਹਣੇ ਰੂਪ ਨੂੰ ਦੇਖਣਾ ਚਾਹੁੰਦੀ ਹੈ ਮਨ ਦੀ ਬਿਰਤੀ ਤਾਂ ਅੱਖਾਂ ਰਾਹੀਂ ਦੇਖੇਗੀ। ਉਹ ਦੱਸੇਗੀ ਇਹ ਰੂਪ ਸੋਹਣਾ ਹੈ, ਇਹ ਸਰੂਪ ਸੋਹਣਾ ਨਹੀਂ, ਕੋਝਾ ਹੈ, ਇਹ ਬਦਸ਼ਕਲ ਹੈ। ਸੋ ਇਸ ਪ੍ਰਕਾਰ ਅੱਖਾਂ ਦੇ ਰਾਹੀਂ। ਇਸੇ ਪ੍ਰਕਾਰ ਜਦੋਂ ਸ਼ਬਦ ਨੂੰ ਸੁਣਨਾ ਚਾਹੁੰਦੀ ਹੈ, ਸ਼ਬਦ ਦਾ ਰਸ ਮਾਨਣਾ ਚਾਹੁੰਦੀ ਹੈ ਮਨ ਦੀ ਬਿਰਤੀ, ਤਾਂ ਕੰਨਾਂ ਰਾਹੀਂ ਸਰਵਣ ਕਰੇਗੀ। ਕੰਨ ਦੱਸਣਗੇ ਮਨ ਦੀ ਬਿਰਤੀ ਨੂੰ ਕਿ ਕਿਸੇ ਨੇ ਜੋ ਬੋਲਿਆ ਉਹ ਤੇਰੀ ਉਸਤਤ ਦੇ ਵਿੱਚ ਹੈ,
ਉਹ ਤੇਰੀ ਵਡਿਆਈ ਕਰ ਰਿਹਾ ਜਾਂ ਤੈਨੂੰ ਲਾਹਨਤਾਂ ਪਾ ਰਿਹਾ, ਤੈਨੂੰ ਧਰਕਾਰਾਂ ਪਾ ਰਿਹਾ, ਇਹ ਕੰਨਾਂ ਦੇ ਰਾਹੀਂ ਪਤਾ ਲੱਗੇਗਾ ਮਨ ਦੀ ਬਿਰਤੀ ਨੂੰ। ਇਸੇ ਤਰ੍ਹਾਂ ਸਪਰਸ਼ ਦਾ ਜਦੋਂ ਆਨੰਦ ਮਾਣਨਾ ਹੈ, ਸਪਰਸ਼ ਦੇ ਵਿਸ਼ੇ ਰਸ ਨੂੰ ਮਾਣਨਾ ਚਮੜੀ ਨੇ, ਮਨ ਦੀ ਬਿਰਤੀ ਨੇ, ਤਾਂ ਉਹ ਚਮੜੀ ਦੇ ਰਾਹੀਂ, ਕਿਉਂਕਿ ਚਮੜੀ ਹੀ ਟੱਚ ਕਰਕੇ, ਚਮੜੀ ਸਪਰਸ਼ ਕਰਕੇ ਦੱਸੇਗੀ ਕਿ ਇਹ ਕੂਲਾ ਹੈ, ਖੁਰਦਰਾ ਹੈ, ਕਿਸ ਤਰ੍ਹਾਂ ਦਾ ਸਪਰਸ਼ ਹੈ। ਸੋ ਇਸੇ ਪ੍ਰਕਾਰ ਹੀ ਸੁਗੰਧੀ ਦੁਰਗੰਧੀ ਦਾ ਨਿਰਣਾ ਮਨ ਦੀ ਬਿਰਤੀ ਨੇ ਜਦੋਂ ਕਰਨਾ ਹੈ, ਤੇ ਉੱਥੇ ਉਹ ਫਿਰ ਨਾਸਕਾ ਦੀ, ਨੱਕ ਦੀ ਡਿਊਟੀ ਲਾਵੇਗੀ। ਨੱਕ ਦੱਸੇਗਾ ਵੀ ਇਹ ਦੁਰਗੰਧੀ ਵਾਲੀ ਵਸਤੂ ਹੈ ਜਾਂ ਸੁਗੰਧੀ ਵਾਲੀ ਵਸਤੂ ਹੈ। ਸੋ ਇਹ ਜਿਹੜੀ ਬਿਰਤੀ ਹੈ, ਇਸ ਨੂੰ ਕਹਿੰਦੇ ਹੈ ਪ੍ਰਮਾਣ ਬਿਰਤੀ। ਜੋ ਇੰਦਰੀਆਂ ਦੇ ਰਾਹੀਂ ਬਾਹਰ ਆ ਕੇ ਮਨ ਦੀ ਬਿਰਤੀ ਨੇ ਵਿਸ਼ੇ ਰਸਾਂ ਦਾ ਆਨੰਦ ਮਾਣਨਾ, ਇਸ ਨੂੰ ਪ੍ਰਮਾਣ ਬਿਰਤੀ ਕਿਹਾ ਜਾਂਦਾ ਹੈ। ਔਰ ਦੂਜੀ ਹੈ ਵਿਪਰਜੈ ਬਿਰਤੀ। ਜਿਵੇਂ ਰੱਸੀ ਪਈ ਹੈ ਟੇਢੀ ਮੇਢੀ, ਅਤੇ ਉਹਦੇ ਵਿੱਚ ਕੋਈ ਦੂਜਾ ਆਭਾਸ ਪੈਦਾ ਹੋਣਾ, ਇਹ ਲੱਗਣਾ ਕਿ ਇਹ ਸੱਪ ਪਿਆ ਹੈ। ਸੋ ਇਸ ਤਰ੍ਹਾਂ ਦਾ ਜਿਹੜਾ ਦੂਸਰਾ ਗਿਆਨ ਹੋਣਾ, ਨਾਲ ਇੱਕ ਹੋਰ ਪਦਾਰਥ ਦਾ, ਇਹ ਵੀ ਲੱਗੇ ਵੀ ਰੱਸੀ ਵੀ ਪਈ ਹੈ ਅਤੇ ਫਿਰ ਲੱਗੇ ਨਹੀਂ ਸੱਪ ਵੀ ਹੋ ਸਕਦਾ, ਇਹਨੂੰ ਕਹਿੰਦੇ ਆ ਵਿਪਰਜੈ ਬਿਰਤੀ। ਔਰ ਇਸੇ ਪ੍ਰਕਾਰ ਤੀਜੀ ਜਿਹੜੀ ਬਿਰਤੀ ਹੈ ਉਹ ਹੈ ਵਿਕਲਪ। ਵਿਕਲਪ ਬਿਰਤੀ ਉਸ ਨੂੰ ਕਹਿੰਦੇ ਹੈ ਜਦੋਂ ਆਪਾਂ ਕੋਈ ਕਿਸੇ ਤੋਂ ਬੋਲਿਆ ਹੋਇਆ ਵਾਕ, ਕੋਈ ਬੋਲਿਆ ਹੋਇਆ ਸ਼ਬਦ ਸੁਣ ਲਿਆ ਔਰ ਉਸ ਸ਼ਬਦ ਦਾ ਅਰਥ ਵੀ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਿਆ, ਪਰ ਉਹਦੇ ਵਿੱਚ ਤਾਤਪਰਜ ਕੀ ਹੈ, ਬੋਲਣ ਵਾਲੇ ਨੇ ਕਿਸ ਸੰਬੰਧ ਵਿੱਚ ਬੋਲਿਆ, ਉਹਦਾ ਬੋਲਣ ਦਾ ਮਤਲਬ ਕੀ ਹੈ, ਇਹਦੇ ਬਾਰੇ ਸਾਨੂੰ ਸੰਦੇਹ ਹੋਵੇ, ਸ਼ੰਕਾ ਪੈਦਾ ਹੋ ਜਾਵੇ ਵੀ ਪਤਾ ਨਹੀਂ ਕੀ ਗੱਲ ਕਹਿਣੀ ਚਾਹੁੰਦਾ ਸੀ ਬੋਲਣ ਵਾਲਾ। ਗੱਲ ਦੀ ਸਾਨੂੰ ਸਮਝ ਆ ਗਈ ਹੈ, ਉਹਦਾ ਮਤਲਬ ਵੀ ਪਤਾ ਲੱਗ ਗਿਆ, ਪਰ ਸਾਨੂੰ ਇਹ ਨਾ ਪਤਾ ਲੱਗੇ ਵੀ ਕਿਸ ਪਰਥਾਏ ਬੋਲ ਰਿਹਾ ਹੈ। ਐਸੀ ਜਿਹੜੀ ਬਿਰਤੀ ਹੈ ਉਸ ਨੂੰ ਵਿਕਲਪ ਬਿਰਤੀ ਕਿਹਾ ਜਾਂਦਾ ਹੈ। ਸੋ ਇਸੇ ਪ੍ਰਕਾਰ ਨਿੰਦਰਾ ਬਿਰਤੀ ਹੈ। ਇਹ ਨਿੰਦਰਾ ਬਿਰਤੀ ਥੋੜ੍ਹੇ ਜਿਹੇ ਕਠਿਨ ਸ਼ਬਦਾਂ ਦੇ ਵਿੱਚ ਭਾਈ ਸਾਹਿਬ ਨੇ ਵਰਣਨ ਕੀਤੀ ਹੈ। ਪਿਆਰੇ ਭਾਈ ਦਇਆ ਸਿੰਘ ਜੀ ਨੇ ਵੀ ਕੁੱਜੇ ਵਿੱਚ ਸਮੁੰਦਰ ਬੰਦ ਕੀਤਾ, ਥੋੜ੍ਹੇ ਲਫ਼ਜ਼ਾਂ ਦੇ ਵਿੱਚ ਕਹਿ ਦਿੱਤਾ ਹੈ, 2 ਤੁਕਾਂ ਦੇ ਵਿੱਚ ਹੀ। ਔਰ ਇਸੇ ਪ੍ਰਕਾਰ ਭਾਈ ਸੰਤੋਖ ਸਿੰਘ ਜੀ ਨੇ ਵੀ ਉਸੇ ਰੀਤੀ ਦੇ ਮੁਤਾਬਕ ਜਦੋਂ ਛੰਦਾਬੰਦੀ ਵਿੱਚ ਲਿਖਿਆ, ਉਹਨਾਂ ਨੇ ਵੀ ਬੜਾ ਸੰਖੇਪ ਦੇ ਵਿੱਚ ਕਹਿ ਦਿੱਤਾ ਹੈ, ਪਰ ਇਹਦਾ ਅਰਥ ਬੜਾ ਡੂੰਘਾ ਹੈ। ਨਿੰਦਰਾ ਬਿਰਤੀ ਕੀ ਹੈ? ਕਹਿੰਦੇ ਜਦੋਂ ਗਿਆਨ ਦੇ ਅਭਾਵ ਦੇ ਆਸਰੇ ਬਿਰਤੀ ਹੋਵੇ, ਉਹਨੂੰ ਕਹਿੰਦੇ ਨਿੰਦਰਾ ਬਿਰਤੀ ਕਹਿੰਦੇ ਹੈ। ਜਿੱਥੇ ਨਾ ਤਾਂ ਜਿਹੜੀ ਹੈ ਸੁਪਨ ਅਵਸਥਾ ਹੈ ਅਤੇ ਨਾ ਹੀ ਜਾਗਰਤ ਅਵਸਥਾ, ਗਾੜੀ ਨੀਂਦ ਜਦੋਂ ਆਉਂਦੀ ਹੈ, ਅਵਿਦਿਆ ਦੇ ਸਹਿਤ ਜਿਹੜੀ ਬਿਰਤੀ ਹੋ ਜਾਂਦੀ ਹੈ, ਉੱਥੇ ਕੁਝ ਨਹੀਂ ਪਤਾ ਲੱਗਦਾ ਮੈਂ ਕਿੱਥੇ ਪਿਆ, ਮੇਰਾ ਸਰੀਰ ਕਿੱਥੇ ਪਿਆ, ਤਾਂ ਉਸ ਨੂੰ ਕਹਿੰਦੇ ਨਿੰਦਰਾ ਬਿਰਤੀ ਕਿਹਾ ਜਾਂਦਾ ਹੈ। ਇਸੇ ਪ੍ਰਕਾਰ ਜਿਹੜੀ ਪੰਜਵੀਂ ਬਿਰਤੀ ਹੈ, ਸੋ ਉਸ ਦਾ ਨਾਮ ਹੈ ਸਿਮਰਤੀ। ਸਿਮਰਤੀ ਬਿਰਤੀ ਉਸ ਨੂੰ ਕਹਿੰਦੇ ਹੈ, ਬਹੁਤ ਸਮਾਂ ਪਹਿਲਾਂ ਆਪਾਂ ਕੋਈ ਵਸਤੂ ਦੇਖੀ ਹੋਵੇ ਅਤੇ ਹੁਣ ਵਰਤਮਾਨ ਸਮੇਂ ਵਿੱਚ ਆਪਾਂ ਕੋਈ ਉਸੇ ਤਰ੍ਹਾਂ ਦੀ ਵਸਤੂ ਦੇਖ ਕੇ, ਜਾਂ ਇਹ ਕਹਿ ਲਓ ਵੀ ਕੋਈ ਮਨੁੱਖ ਆਪਾਂ ਬਹੁਤ ਸਮਾਂ ਪਹਿਲਾਂ ਵੇਖਿਆ, ਅਤੇ ਜਦੋਂ ਅੱਜ ਆਪਾਂ ਨੂੰ ਉਹ ਮਿਲਦਾ ਹੈ ਤਾਂ ਦੇਖ ਕੇ ਜਿਹੜਾ ਸਾਡੀ ਬੁੱਧੀ, ਮਨ ਦੀ ਬਿਰਤੀ ਇਹ ਨਿਰਣਾ ਕਰਦੀ ਹੈ ਵੀ ਇਹ ਜਿਹੜਾ ਬੰਦਾ ਹੈ ਸ਼ਾਇਦ ਮੈਨੂੰ ਪਹਿਲਾਂ ਵੀ ਕਿਤੇ ਮਿਲਿਆ ਹੋਇਆ ਹੈ। ਸੋ ਉਹ ਯਾਦ ਕਰਨਾ, ਸਿਮਰਨ ਕਰਨਾ, ਉਸ ਗੱਲ ਨੂੰ ਚੇਤੇ ਵਿੱਚ ਲੈ ਕੇ ਆਉਣਾ, ਇਹਨੂੰ ਸਿਮਰਤੀ ਬਿਰਤੀ ਕਿਹਾ ਜਾਂਦਾ। ਜਿਵੇਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਗੁਰਤਾ ਗੱਦੀ 'ਤੇ ਬਿਰਾਜਮਾਨ ਹੁੰਦੇ ਹੈ, ਤਾਂ ਉਸ ਵੇਲੇ ਉਹਨਾਂ ਦੇ ਕੋਲ ਇੱਕ ਜਿਹੜਾ ਦੁਰਗਾ ਦਾਸ ਬ੍ਰਾਹਮਣ ਚੱਲ ਕੇ ਆਉਂਦਾ ਹੈ, ਅਤੇ ਜਦੋਂ ਆ ਕੇ ਉਹ ਦਰਸ਼ਨ ਕਰਦਾ ਹੈ ਅਤੇ ਉਹਨੂੰ ਦੇਖਣ ਸਾਰ ਲੱਗਦਾ ਹੈ ਵੀ ਮੈਂ ਇਹਨਾਂ ਦੇ ਕਿਤੇ ਦਰਸ਼ਨ ਕੀਤੇ ਹੋਏ। ਜਦੋਂ ਸਨਮੁਖ ਆ ਕੇ ਵੇਖਦਾ ਹੈ ਵੀ ਇਹ ਮਧਰੇ ਜੇ ਕੱਦ ਵਾਲੇ ਇਨਸਾਨ, ਇਹ ਤਾਂ ਮੇਰੇ ਕੋਲ ਮੇਰੀ ਧਰਮਸ਼ਾਲਾ ਵਿੱਚ ਰੁਕਦੇ ਸਨ ਅਤੇ ਮੈਂ ਇਹਨਾਂ ਦੇ ਚਰਨਾਂ ਦੇ ਵਿੱਚ ਪਦਮ ਦਾ ਚਿੰਨ੍ਹ ਦੇਖਿਆ ਸੀ। ਅਤੇ ਉਸ ਵੇਲੇ ਗਿਆ, ਪਛਾਣ ਲਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਮੇਰੇ ਕੋਲ ਧਰਮਸ਼ਾਲਾ ਵਿੱਚ ਰੁਕਦੇ ਰਹੇ ਹੋ, ਸੇਵਾ ਦਾ ਮੈਨੂੰ ਮੌਕਾ ਦਿੰਦੇ ਰਹੇ ਹੋ, ਜਦੋਂ ਤੀਰਥਾਂ ਦੇ ਉੱਤੇ ਜਾਂਦੇ ਸੀ ਐਸਾ ਕੌਤਕ ਵਰਤਾਉਂਦੇ ਸੀ। ਤਾਂ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹਾਂ ਪੁਰਖਾ, ਮੈਂ ਤੈਨੂੰ ਚੰਗੀ ਤਰ੍ਹਾਂ ਪਛਾਣ ਲਿਆ। ਜਦੋਂ ਮੈਂ ਸੱਚੇ ਗੁਰੂ ਦੀ ਭਾਲ ਦੇ ਵਿੱਚ ਤੀਰਥਾਂ ਦੇ ਉੱਤੇ ਭਰਮਣ ਕੀਤਾ,
ਉਸ ਵੇਲੇ ਤੇਰੇ ਕੋਲ ਰੁਕਿਆ ਕਰਦੇ ਸੀ, ਤੈਨੂੰ ਕਿਵੇਂ ਭੁੱਲ ਸਕਦੇ ਆ। ਤੇ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਜੀਓ, ਫਿਰ ਆਪ ਜੀ ਨੂੰ ਉਹ ਵਚਨ ਵੀ ਯਾਦ ਹੋਵੇਗਾ ਜਦੋਂ ਆਪ ਜੀ ਕਿਰਾਇਆ ਦੇਣ ਲੱਗੇ ਸੀ ਤੇ ਮੈਂ ਕਿਹਾ ਸੀ ਕਿ ਮੈਂ ਕਮਰੇ ਦਾ ਇੱਥੇ ਰੁਕਣ ਦਾ ਤੁਹਾਡੇ ਤੋਂ ਕਿਰਾਇਆ ਨਹੀਂ ਲੈਣਾ, ਤੁਹਾਡੇ ਚਰਨਾਂ ਦੇ ਵਿੱਚ ਪਦਮ ਹੈ, ਤੁਸੀਂ ਕੋਈ ਚੱਕਰਵਰਤੀ ਬਾਦਸ਼ਾਹ ਹੋ ਜਾਂ ਕੋਈ ਪੁੱਜੇ ਹੋਏ ਸਾਧੂ ਫਕੀਰ ਹੋ। ਜਦੋਂ ਤੁਸੀਂ ਸਪਸ਼ਟ ਰੂਪ ਦੇ ਵਿੱਚ ਪ੍ਰਗਟ ਹੋ ਗਏ, ਉਸ ਵੇਲੇ ਆ ਕੇ ਤੁਹਾਡੇ ਚਰਨਾਂ ਵਿੱਚ ਮੰਗਾਂਗਾ ਤਾਂ ਆਪ ਜੀ ਉਸ ਵੇਲੇ ਮੇਰੀ ਇਹ ਮੰਗ ਪੂਰੀ ਕਰ ਦਿਓ। ਤੇ ਮਹਾਰਾਜ ਅੱਜ ਉਹ ਵੇਲਾ ਆ ਗਿਆ, ਆਪ ਜੀ ਸਤਿਗੁਰੂ ਸਰੂਪ ਵਿੱਚ ਸੰਗਤਾਂ ਦੇ ਵਿੱਚ ਵਿਚਰ ਰਹੇ ਹੋ ਪ੍ਰਗਟ ਹੋ ਕੇ, ਤੇ ਆਪ ਜੀ ਮੇਰੇ ਮਨ ਦੀ ਭਾਵਨਾ ਪੂਰੀ ਕਰ ਦਿਓ। ਜਦੋਂ ਦੁਰਗਾਦਾਸ ਬ੍ਰਾਹਮਣ ਨੇ ਇਹ ਗੱਲ ਕਹੀ ਤਾਂ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਪੁਰਖਾ ਜਾਂ ਤਾਂ ਇਹ ਲੋਕ ਦੇ ਸੁੱਖ ਮੰਗ ਲੈ ਜਾਂ ਪਰਲੋਕ ਦੇ ਸੁੱਖ ਮੰਗ ਲੈ, ਦੋਵਾਂ ਵਿੱਚੋਂ ਇੱਕ ਮੰਗ ਲੈ। ਇਹ ਚੁੱਪ ਹੋ ਗਿਆ, ਕੁਝ ਦੇਰ ਮਨ ਦੇ ਵਿੱਚ ਵਿਚਾਰ ਕਰਦਾ ਰਿਹਾ ਕਿ ਜੇ ਤਾਂ ਮੈਂ ਇਸ ਲੋਕ ਦੇ ਸੁੱਖ ਮੰਗਦਾ ਹੈ ਤਾਂ ਫਿਰ ਮੇਰਾ ਪਰਲੋਕ ਵਿਗੜੇਗਾ, ਕਿਉਂਕਿ ਲੋਕ ਦੇ ਵਿੱਚ ਤਾਂ ਸੁੱਖ ਭੋਗਾਂਗਾ ਜਿੱਥੋਂ ਤੱਕ ਸਤਿਗੁਰੂ ਦਾ ਬਚਨ ਹੋਏਗਾ, ਤੇ ਪਰਲੋਕ ਵਿੱਚ ਮੇਰਾ ਕੌਣ ਸਹਾਈ ਹੋਏਗਾ। ਫਿਰ ਗੁਰੂ ਦੇ ਦੀਦਾਰ ਕੀਤਿਆਂ ਦਾ ਫਾਇਦਾ ਕੀ ਹੋਇਆ, ਗੁਰੂ ਦੇ ਚਰਨਾਂ ਵਿੱਚ ਮੰਗੇ ਦਾ ਕੀ ਫਾਇਦਾ ਹੋਇਆ। ਨਾਲ ਸੋਚਦਾ ਹੈ ਵੀ ਜੇਕਰ ਮੈਂ ਪਰਲੋਕ ਦਾ ਸੁੱਖ ਮੰਗਦਾ ਹੈ ਤੇ ਮਨ ਦੀ ਮਨਸ਼ਾ ਇਹ ਵੀ ਹੈ, ਮਨ ਦੀ ਇੱਛਾ ਇਹ ਵੀ ਹੈ ਵੀ ਲੋਕ ਦੇ ਵਿੱਚ ਵੀ ਸੁਖੀ ਰਹਾਂ, ਧਰਤੀ ਦੇ ਉੱਤੇ ਵੀ ਜਿੰਨੀ ਦੇਰ ਆਰਜਾ ਹੈ, ਜ਼ਿੰਦਗੀ ਹੈ, ਮੇਰੀ ਹਯਾਤੀ ਹੈ, ਉਨਾ ਚਿਰ ਵੀ ਸੁੱਖ ਭੋਗਾਂ। ਜਦੋਂ ਇਹ ਐਸੀ ਸੋਚ ਵਿਚਾਰ ਦੇ ਵਿੱਚ ਕਾਫੀ ਸਮਾਂ ਲੰਘਾ ਦਿੱਤਾ, ਸਤਿਗੁਰੂ ਕਹਿੰਦੇ ਪੁਰਖਾ ਮੰਗਦਾ ਨਹੀਂ, ਲੋਕ ਦੇ ਸੁੱਖ ਮੰਗ ਲੈ ਜਾਂ ਪਰਲੋਕ ਦੇ ਸੁੱਖ ਮੰਗ ਲੈ। ਜਦੋਂ ਇਹ ਵਚਨ ਕੀਤੇ ਤਾਂ ਉਸ ਵੇਲੇ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਮੈਂ ਦੁਬਿਧਾ ਵਿੱਚ ਹੈ, ਮੈਂ ਦੁਚਿੱਤੀ ਵਿੱਚ ਹੈ ਵੀ ਕਿਹੜੇ ਸੁੱਖ ਦੀ ਮੰਗ ਕਰਾਂ, ਲੋਕ ਵਾਲੇ ਦੀ ਮੰਗਾਂ ਜਾਂ ਪਰਲੋਕ ਵਾਲੇ ਦੀ, ਮੈਨੂੰ ਤਾਂ ਦੋਵੇਂ ਹੀ ਚਾਹੀਦੇ ਆ। ਸਤਿਗੁਰੂ ਜੀ ਹੱਸ ਪਏ, ਪ੍ਰਸੰਨ ਹੋ ਕੇ ਕਹਿਣ ਲੱਗੇ, ਕਹਿੰਦੇ ਦੁਰਗਾਦਾਸ ਜੀ ਤੁਹਾਨੂੰ ਲੋਕ ਦੇ ਅਤੇ ਪਰਲੋਕ ਦੇ ਦੋਵੇਂ ਹੀ ਸੁੱਖ ਬਖਸ਼ਿਸ਼ ਕੀਤੇ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਸਤਿਗੁਰੂ ਜੀ ਜੋ ਬਚਨ ਕਰ ਦਿੱਤਾ ਉਹ ਬਚਨ ਨੂੰ ਪਾਲਣਹਾਰ ਹੈ, ਬਿਰਧ ਬਾਣੇ ਦੀ ਲਾਜ ਰੱਖਦੇ ਆ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਖੈਰ ਇਹ ਵੱਖਰਾ ਪ੍ਰਕਰਨ ਹੈ। ਮੈਂ ਸਾਖੀ ਪ੍ਰਮਾਣ ਸਿਰਫ ਇਸੇ ਕਰਕੇ ਥੋੜ੍ਹਾ ਜਿਹਾ ਦੱਸਿਆ ਸੀ ਕਿ ਜਦੋਂ ਮਨੁੱਖ ਪਹਿਲਾਂ ਕਦੇ ਮੇਲ ਮਿਲਾਪ ਹੋਇਆ ਅਤੇ ਦੁਬਾਰਾ ਮਿਲਦਾ ਹੈ ਤਾਂ ਉਸ ਵੇਲੇ ਜਿਹੜਾ ਚੇਤਾ ਕਰਨਾ ਨਾ, ਉਹ ਯਾਦ ਕਰਨਾ, ਸਿਮਰਤੀ ਵਿੱਚ ਲੈ ਕੇ ਆਉਣਾ, ਇਹਨੂੰ ਮਨ ਦੀ ਸਿਮਰਤੀ ਬਿਰਤੀ, ਪੰਜਵੀਂ ਬਿਰਤੀ ਕਹਿੰਦੇ ਆ। ਸੋ ਇਸ ਪ੍ਰਕਾਰ ਜਿਹੜੀਆਂ ਪੰਜ ਬਿਰਤੀਆਂ ਦਾ ਆਪਾਂ ਕੱਲ੍ਹ ਨਿਰਣਾ ਕਰ ਚੁੱਕੇ ਹਾਂ। ਪਿਆਰੇ ਭਾਈ ਦਇਆ ਸਿੰਘ ਜੀ ਨੇ ਨਿਰਣਾ ਕੀਤਾ, ਆਪਾਂ ਉਹਦੇ ਅਰਥ ਵਿਚਾਰ ਚੁੱਕੇ ਹਾਂ। ਉਸ ਤੋਂ ਬਾਅਦ ਇਹ ਸਥਿਤੀ ਵੀ ਦੱਸਿਆ, ਕਹਿੰਦੇ ਪੰਜ ਬਿਰਤਾਂ ਬਿਨ ਚਿੱਤ ਹੋਏ ਜਾਵੈ, ਆਤਮ ਕੋ ਸਰੂਪ ਦਿਸ਼ ਧਾਵੈ। ਜਦੋਂ ਕਹਿੰਦੇ ਜਿੱਥੇ ਪੰਜੇ ਪ੍ਰਕਾਰ ਦੀਆਂ ਜਿਹੜੀਆਂ ਬਿਰਤੀਆਂ ਖਤਮ ਹੋ ਜਾਣ ਨਾ, ਉਹਨੂੰ ਕਹਿੰਦੇ ਸਥਿਤੀ। ਸਥਿਤ ਨਾਮ ਹੈ ਟਿਕਣ ਦਾ, ਸਥਿਤ ਹੋਣਾ, ਸਥਿਤ ਹੋਣਾ। ਆਪਾਂ ਕਹਿੰਦੇ ਨੇ ਵੀ ਕੋਈ ਬੰਦਾ ਫਲਾਣੇ ਜਗ੍ਹਾ 'ਤੇ ਸਥਿਤ ਹੀ ਬੈਠਾ, ਇੱਕ ਜਗ੍ਹਾ 'ਤੇ ਬੈਠਾ, ਟਿਕਿਆ ਹੋਇਆ ਬੈਠਾ। ਜਾਂ ਮਨ ਨੂੰ ਵੀ ਆਪਾਂ ਕਹਿੰਦੇ ਹਾਂ ਵੀ ਕਈ ਵਾਰ ਕਹਿੰਦੇ ਹਾਂ ਜੀ ਸਾਡਾ ਮਨ ਤਾਂ ਬੜਾ ਟਿਕਿਆ, ਅੱਜ ਅਸੀਂ ਸਿਮਰਨ ਕੀਤਾ, ਬੜਾ ਮਨ ਟਿਕਿਆ, ਮਨ ਸਥਿਤ ਹੋ ਗਿਆ, ਰੁਕ ਗਿਆ ਇੱਕੋ ਜਗ੍ਹਾ ਦੇ ਉੱਤੇ। ਇਸੇ ਪ੍ਰਕਾਰ ਕਹਿੰਦੇ ਜਦੋਂ ਇਹ ਪੰਜੇ ਜਿਹੜੀਆਂ ਮਨ ਦੀਆਂ ਬਿਰਤੀਆਂ ਉੱਤੇ ਭਾਈ ਸਾਹਿਬ ਜੀ ਨੇ ਦੱਸੀਆਂ, ਪ੍ਰਮਾਣ ਬਿਰਤੀ ਵੀ ਨਾ ਹੋਵੇ, ਵਿਪਰਜੈ ਬਿਰਤੀ ਵੀ ਨਾ ਹੋਵੇ, ਵਿਕਲਪ ਵੀ ਨਾ ਹੋਵੇ, ਕਿਸੇ ਤਰ੍ਹਾਂ ਦੇ ਸੰਕਲਪ ਵਿਕਲਪਾਂ ਦੇ ਵਿੱਚ ਵੀ ਮਨ ਨਾ ਪਿਆ ਹੋਵੇ, ਇਸੇ ਤਰ੍ਹਾਂ ਗੂੜੀ ਨਿੰਦਰਾ ਦੇ ਵਿੱਚ ਵੀ ਨਾ ਹੋਵੇ, ਔਰ ਸਿਮਰਤੀ ਬਿਰਤੀ ਵੀ ਨਾ ਹੋਵੇ। ਪੰਜੇ ਬਿਰਤੀਆਂ ਤੋਂ ਜਦੋਂ ਬਿਨਾ ਹੋ ਜਾਵੇ, ਪੰਜ ਬਿਰਤਾਂ ਬਿਨ ਚਿੱਤ ਹੋਏ ਜਾਵੇ। ਜਦੋਂ ਚਿੱਤ ਜਿਹੜਾ ਪੰਜੇ ਬਿਰਤੀਆਂ ਤੋਂ ਰਹਿਤ ਹੋ ਜਾਏ, ਸ਼ੁੱਧ ਮਨ ਹੋ ਜਾਵੇ, ਤਾਂ ਉਸ ਵੇਲੇ ਕਹਿੰਦੇ ਆਤਮ ਸਰੂਪ ਦੀ ਦਿਸ਼ਾ ਦੇ ਵੱਲ ਉਹ ਜਾਂਦਾ ਹੈ। ਮਨ ਦਾ ਪ੍ਰਵਾਹ ਜਿਹੜਾ ਆਪਣੇ ਆਤਮਾ ਦੇ ਵੱਲ ਵਹਿਣਾ, ਆਪਣੇ ਮੂਲ ਸਰੂਪ ਦੇ ਵੱਲ ਵਹਿੰਦੇ ਜਾਣਾ, ਇਸ ਨੂੰ ਕਹਿੰਦੇ ਸਥਿਤੀ ਕਿਹਾ ਜਾਂਦਾ ਹੈ। ਮਨ ਟਿਕ ਗਿਆ, ਇਹਨੂੰ ਕਹਿੰਦੇ ਆ ਮਨ ਟਿਕ ਗਿਆ। ਹਾਲਾਂਕਿ ਕਹਿਣ ਨੂੰ ਤਾਂ ਆਪਾਂ ਬਹੁਤ ਕਹੀ ਜਾਂਦੇ ਹਾਂ ਜੀ ਸਾਡਾ ਮਨ ਬੜਾ ਟਿਕਿਆ ਹੋਇਆ ਹੈ, ਪਰ ਉਹ ਥੋੜ੍ਹੇ ਚਿਰ ਵਾਸਤੇ ਟਿਕਿਆ ਹੁੰਦਾ। ਸਾਨੂੰ ਗਧਾ ਬੈਰਾਗ ਜਾ ਹੁੰਦਾ, ਕਈ ਵਾਰੀ ਦੋ ਤਰ੍ਹਾਂ ਦਾ ਬੈਰਾਗ ਹੁੰਦਾ, ਇੱਕ ਗਧਾ ਬੈਰਾਗ ਹੁੰਦਾ, ਇੱਕ ਸ਼ੇਰ ਬੈਰਾਗ ਹੁੰਦਾ। ਉਹ ਗਧਾ ਨਾ ਜਿਵੇਂ ਉਹਨੂੰ ਬੈਰਾਗ ਜਾ ਹੁੰਦਾ ਅਤੇ ਥੋੜ੍ਹਾ ਜਿਹਾ ਚਿਰ ਤਾਂ ਉਹ ਕਰਦਾ ਹੈ ਨਾ ਆਪਣਾ ਜਿਹੜੀ ਕਿਰਿਆ ਕਰਮ ਜਾਂ ਉੱਚੀ ਉੱਚੀ ਆਵਾਜ਼ਾਂ ਜਾਂ ਦਿੰਦਾ, ਅਤੇ ਇੱਕ ਹੁੰਦਾ ਪਰ ਫਿਰ ਉਸੇ ਜਗ੍ਹਾ ਆ ਜਾਂਦਾ, ਫਿਰ ਆਪਣੀਆਂ ਆਦਤਾਂ 'ਤੇ ਆ ਜਾਂਦਾ।
ਤੇ ਇਸੇ ਪ੍ਰਕਾਰ ਹੁੰਦਾ ਇੱਕ ਸ਼ੇਰ ਬੈਰਾਗ। ਸ਼ੇਰ ਜਦੋਂ ਪਿੰਜਰੇ ਵਿੱਚੋਂ ਨਿਕਲ ਗਿਆ ਮੁੜ ਕੇ ਦੁਬਾਰਾ ਪਿੰਜਰੇ 'ਚ ਨਹੀਂ ਵੜੂਗਾ, ਉਹਨੂੰ ਕਹਿੰਦੇ ਆ ਸ਼ੇਰ ਬੈਰਾਗ। ਇਸੇ ਤਰ੍ਹਾਂ ਜਦੋਂ ਇੱਕ ਵਾਰ ਮਨ ਟਿਕ ਗਿਆ, ਬੈਰਾਗੀ ਹੋ ਗਿਆ, ਦੁਬਾਰਾ ਗ੍ਰਸਤੀ ਵਿੱਚ ਘਰ ਪਰਿਵਾਰ ਦੇ ਵਿੱਚ ਨਾ ਜਾਵੇ, ਦੁਬਾਰਾ ਸੰਸਾਰ ਦੇ ਬੰਧਨਾਂ ਦੇ ਵਿੱਚ ਨਾ ਜਾਵੇ, ਇਹਨੂੰ ਸ਼ੇਰ ਬੈਰਾਗ ਕਿਹਾ ਜਾਂਦਾ ਹੈ। ਸੋ ਇਸ ਪ੍ਰਕਾਰ ਜਿਹੜੀ ਮਨ ਦੀ ਸਥਿਤੀ ਹੋ ਜਾਣੀ ਹੈ, ਟਿਕ ਜਾਣਾ ਹੈ, ਪਾਰ ਬ੍ਰਹਮ ਪਰਮੇਸ਼ਰ ਵਾਲੇ ਪਾਸੇ ਸਿੱਧਾ ਹੋ ਜਾਣਾ, ਮਨ ਦੀਆਂ ਬਿਰਤੀਆਂ ਤੋਂ ਅਗਾਂਹ ਲੰਘ ਜਾਣ ਦੀ ਜਿਹੜੀ ਅਵਸਥਾ ਹੈ ਉਹਨੂੰ ਸਥਿਤੀ ਦੀ ਅਵਸਥਾ ਕਿਹਾ ਜਾਂਦਾ ਹੈ। ਇੱਥੋਂ ਤੱਕ ਆਪਾਂ ਕੱਲ੍ਹ ਸਰਵਣ ਕਰ ਲਿਆ ਸੀ। ਅੱਗੇ ਜਿਵੇਂ ਅੱਜ ਅਭਿਆਸ ਦਾ ਸਰੂਪ ਦੱਸਦੇ ਹੈ ਕਿ ਅਭਿਆਸ ਕੀ ਹੈ। ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਅਸੀਂ ਨਿਤਨੇਮ ਕਰਦੇ ਹਾਂ, ਬੜਾ ਸਿਮਰਨ ਅਭਿਆਸ ਕਰਦੇ ਹਾਂ, ਵਾਹਿਗੁਰੂ ਮੰਤਰ ਦਾ ਜਾਪ ਕਰਦੇ ਆਪਾਂ, ਉਹ ਵੀ ਕਹਿੰਦੇ ਹਾਂ ਅਭਿਆਸ। ਜਿਹੜਾ ਕੋਈ ਬਹੁਤ ਹੀ ਬਾਣੀ ਪੜ੍ਹਨ ਵਾਲਾ ਸਿੰਘ ਹੋਵੇ, ਬਹੁਤ ਹੀ ਸਿਮਰਨ ਕਰਨ ਵਾਲਾ ਸਿੰਘ ਹੋਵੇ, ਆਪਾਂ ਕਹਿੰਦੇ ਹਾਂ ਵੀ ਇਹ ਬੜਾ ਅਭਿਆਸੀ ਹੈ। ਜਿਵੇਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦਾ ਪਹਿਲਾ ਨਾਂ ਅਭਿਆਸੀ ਸੀ, ਅਭਿਆਸੀ ਕਹਿੰਦੇ ਸਨ ਉਹਨਾਂ ਨੂੰ। ਇਸੇ ਤਰ੍ਹਾਂ ਐਤਵਾਰ ਵਾਲੇ ਦਿਨ 6 ਜੂਨ ਨੂੰ ਆਪਾਂ ਅੰਮ੍ਰਿਤ ਵੇਲੇ ਦੇ ਦੀਵਾਨ ਦੇ ਵਿੱਚ, ਸਵੇਰ ਦੇ ਦੀਵਾਨ ਦੇ ਵਿੱਚ ਭਾਈ ਦਲਵੀਰ ਸਿੰਘ ਜੀ ਅਭਿਆਸੀ ਜਿਹੜੇ ਮਹਾਂਪੁਰਖਾਂ ਦੇ ਸੰਗੀ ਸਨ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਸੰਗਤ ਜਿਨ੍ਹਾਂ ਨੇ ਕੀਤੀ, ਔਰ ਜਿਨ੍ਹਾਂ ਦੀ ਸਾਰੀ ਇਹ ਅਧਿਆਤਮ ਵਿਦਿਆ, ਬ੍ਰਹਮ ਵਿਦਿਆ, ਗੁਰਬਾਣੀ ਦੀ ਵਿਦਿਆ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਆਪ ਸੰਪੂਰਨ ਕਰਵਾਈ। ਔਰ ਜਿਨ੍ਹਾਂ ਨੇ ਜਗਬਾਣੀ ਅਖਬਾਰ ਦਾ ਜਿਹੜਾ ਮਾਲਕ ਸੀ ਲਾਲਾ ਜਗਤ ਨਾਰਾਇਣ, ਜਿਹੜਾ ਕਿ ਹਮੇਸ਼ਾ ਸਿੱਖ ਸਿਧਾਂਤਾਂ ਦੀਆਂ ਧੱਜੀਆਂ ਉਡਾਉਂਦੀਆਂ, ਉਹਦੀਆਂ ਲਿਖਤਾਂ ਅਖਬਾਰਾਂ ਵਿੱਚ ਛਪਦੀਆਂ ਸੀ, ਜ਼ਹਿਰ ਉਗਲਦਾ ਸੀ, ਉਹਨੂੰ ਸਬਕ ਸਿਖਾਇਆ, ਉਹਦਾ ਸੋਧਾ ਲਾਇਆ ਭਾਈ ਦਲਬੀਰ ਸਿੰਘ ਜੀ ਅਭਿਆਸੀ ਨੇ, ਭਾਈ ਨਛੱਤਰ ਸਿੰਘ ਜੀ ਰੋਡੇ ਤੇ ਹੋਰ ਸਾਥੀਆਂ ਦੇ ਨਾਲ ਮਿਲ ਕੇ। ਸੋ ਉਸ ਮਹਾਂਪੁਰਖ ਦੇ, ਉਸ ਗੁਰਸਿੱਖ ਦੇ ਨਾਂ ਦੇ ਨਾਲ ਵੀ ਅਭਿਆਸੀ ਲੱਗਦਾ ਸੀ, ਕਿਉਂਕਿ ਉਹ ਵੀ ਬਾਣੀ ਦਾ, ਸਿਮਰਨ ਦਾ ਬੜਾ ਅਭਿਆਸ ਕਰਦੇ ਸਨ। ਸੋ ਅਭਿਆਸ ਨੂੰ ਇਹ ਵਿਦਾਂਤ ਵਾਲੇ ਕਿਸ ਤਰੀਕੇ ਦੇ ਨਾਲ ਦੇਖਦੇ ਆ, ਉਹ ਆਪਾਂ ਅੱਜ ਸਰਵਣ ਕਰਦੇ ਹਾਂ। ਜਿਵੇਂ ਪਿਆਰੇ ਭਾਈ ਦਇਆ ਸਿੰਘ ਜੀ ਦੱਸ ਰਹੇ ਹਨ, ਅੱਗੇ ਗੁਰੂ ਕੀ ਕਥਾ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ, ਏਤਿ ਪ੍ਰਾਪਤ ਹੋਤ ਅਭਿਆਸ। ਕਹਿੰਦੇ ਜਦੋਂ ਉੱਪਰ ਜਿਹੜੀ ਸਥਿਤੀ ਦੀ ਗੱਲ ਦੱਸੀ ਹੈ ਵੀ 5 ਪ੍ਰਕਾਰ ਦੀਆਂ ਬਿਰਤੀਆਂ ਤੋਂ ਮਨ ਰਹਿਤ ਹੋ ਕੇ ਪਰਮੇਸ਼ਰ ਵਾਲੇ ਪਾਸੇ ਨੂੰ ਚੱਲ ਪਵੇ, ਕਹਿੰਦੇ ਇਹ ਸਥਿਤੀ ਨੂੰ, ਇਸ ਅਵਸਥਾ ਨੂੰ ਪ੍ਰਾਪਤ ਕਰਨ ਦੇ ਵਾਸਤੇ ਜਿੰਨੇ ਪ੍ਰਯਾਸ ਕਰੇ ਬੰਦਾ, ਜਿੰਨੇ ਯਤਨ ਕਰੇ, ਉਹਦਾ ਨਾਮ ਕਹਿੰਦੇ ਅਭਿਆਸ ਜਾਣ ਲਵੋ। ਸੋ ਉਹ ਜਿਹੜਾ ਅਭਿਆਸ ਹੈ ਇਹ ਵੀ 2 ਪ੍ਰਕਾਰ ਦਾ ਹੈ। ਇੱਕ ਤਾਂ ਹੈ ਅਲਪ ਅਭਿਆਸ ਤੇ ਦੂਸਰੇ ਦਾ ਨਾਮ ਦ੍ਰਿੜ ਅਭਿਆਸ ਹੈ। ਇਹ ਧਾਰ ਲਓ, ਹਿਰਦੇ ਵਿੱਚ ਜਾਣ ਲਵੋ। ਇੱਕ ਤਾਂ ਹੈ ਵੀ ਕਦੇ ਕਦੇ ਆਤਮਾ ਦਾ ਅਭਿਆਸ ਕਰਨਾ, ਆਤਮ ਸਰੂਪ ਵੱਲ ਜਾਣ ਵਾਸਤੇ ਕਦੇ ਕਦੇ ਅਭਿਆਸ ਕਰਨਾ। ਜਿਵੇਂ ਆਪਾਂ ਦਿਨ ਦੇ ਵਿੱਚ ਘੰਟਾ 2 ਘੰਟੇ ਕੱਢਦੇ ਹਾਂ, ਸਵੇਰ ਨੂੰ ਘੰਟਾ ਸ਼ਾਮ ਨੂੰ ਨਿਤਨੇਮ ਕਰਦੇ ਹਾਂ, 5 ਬਾਣੀਆਂ ਦਾ ਨਿਤਨੇਮ ਕਰਦੇ ਹਾਂ, ਸ਼ਾਮ ਨੂੰ ਨਿਤਨੇਮ ਰਹਿਰਾਸ ਸਾਹਿਬ ਦਾ, ਰੱਖਿਆ ਦੇ ਸ਼ਬਦ, ਕੀਰਤਨ, ਸੋਹਿਲਾ, ਆਰਤੀ, ਆਰਤਾ ਪੜ੍ਹਦੇ ਹਾਂ। ਇਹ ਆ ਜਿਹੜਾ ਥੋੜ੍ਹਾ ਸਮਾਂ ਕੱਢਣਾ, 24 ਘੰਟਿਆਂ ਦੇ ਵਿੱਚੋਂ ਥੋੜ੍ਹਾ ਸਮਾਂ ਕੱਢਣਾ, ਇਹਨੂੰ ਕਹਿੰਦੇ ਆ ਵੀ ਕਬ ਆਤਮ ਕੋ ਅਭਿਆਸ ਹੈ। ਕਦੇ ਕਦੇ ਆਤਮਾ ਵਾਲੇ ਪਾਸੇ ਨੂੰ ਤੁਰਨਾ, ਕਿਉਂਕਿ ਦਿਨ ਵਿੱਚ ਥੋੜ੍ਹਾ ਸਮਾਂ ਹੀ ਤੁਰਦੇ ਆ, ਕਦੇ ਕਦੇ ਹੀ ਤੁਰਦੇ ਆ ਨਾ। ਸੋ ਜਿਹੜਾ ਇਹ ਕਦੇ ਕਦੇ ਤੁਰਨਾ, ਬਹੁਤ ਥੋੜ੍ਹਾ ਅਭਿਆਸ ਆਤਮ ਸਰੂਪ ਨੂੰ ਜਾਣਨ ਵਾਸਤੇ ਕਰਨਾ, ਇਹ ਤਾਂ ਕਹਿੰਦੇ ਅਲਪ ਅਭਿਆਸ ਦਾ ਨਾਮ ਇਸ ਦਾ ਕਿਹਾ ਜਾਂਦਾ ਹੈ। ਇਹ ਅਲਪ ਅਭਿਆਸ ਨਾਮ ਹੈ। ਫਿਰ ਦੂਸਰਾ ਕਹਿੰਦੇ ਸਾਦਰ ਆਦਰ ਸਤਿਕਾਰ ਦੇ ਸਹਿਤ ਦੀਰਘ ਕਾਲ, ਬਹੁਤ ਲੰਬਾ ਸਮਾਂ ਔਰ ਨਿਰੰਤਰ ਅਭਿਆਸ ਕਰਨਾ, ਲਗਾਤਾਰ ਅਭਿਆਸ ਕਰਨਾ। ਜਿਵੇਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਆਪਾਂ ਪੜ੍ਹਦੇ ਹਾਂ ਵੀ ਉਹ ਦਿਨ ਦੇ ਵਿੱਚੋਂ 22 23 ਘੰਟੇ ਕੀ, ਉਹ ਤਾਂ ਚਲੋ ਆਪਣੇ ਕਹਿਣ ਦੀ ਗੱਲ ਹੈ ਵੀ ਹਰ ਵੇਲੇ ਹੀ ਉਹਨਾਂ ਦਾ ਸਿਮਰਨ ਚੱਲਦਾ ਰਹਿੰਦਾ ਸੀ, ਹਰ ਵੇਲੇ ਹੀ ਜਪਜੀ ਸਾਹਿਬ ਦੇ ਪਾਠ ਚੱਲਦੇ ਰਹਿੰਦੇ ਸਨ। ਸੋ ਹਰ ਵੇਲੇ ਹੀ ਨਿਰੰਤਰ ਹੀ ਜਿਹੜਾ ਅਭਿਆਸ ਚਲੀ ਜਾਣਾ ਔਰ ਬੜੇ ਆਦਰ ਸਤਿਕਾਰ ਸਹਿਤ ਚੱਲਣਾ। ਇਹ ਨਹੀਂ ਵੀ ਕਿਸੇ ਨੇ ਕਹਿ ਦਿੱਤਾ ਵੀ ਇੰਨਾ ਕਰਨਾ ਹੀ ਪੈਣਾ ਫੇਰ ਕਰਨਾ, ਨਹੀਂ, ਆਦਰ ਸਤਿਕਾਰ ਸਹਿਤ ਜਿਹੜਾ ਕਰਨਾ, ਸਦਾ ਹੀ ਨਾਮ ਸਿਮਰਨ ਚੱਲਦੇ ਰਹਿਣਾ। ਜਿਵੇਂ ਮਹਾਂਪੁਰਖਾਂ ਦੀ ਅਵਸਥਾ ਹੁੰਦੀ ਹੈ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ।
ਜਿਹੜਾ ਲਗਾਤਾਰ ਹੀ ਸਿਮਰਨ ਚੱਲਦਾ ਰਹਿਣਾ, ਲਗਾਤਾਰ ਹੀ ਬਾਣੀ ਦਾ ਪ੍ਰਵਾਹ ਚੱਲਦੇ ਰਹਿਣਾ ਹੈ, ਉਹਦਾ ਨਾਮ ਦ੍ਰਿੜ ਅਭਿਆਸ ਹੈ। ਉਹਨੂੰ ਦ੍ਰਿੜ ਭੂਮ ਕਹਿ ਲਓ, ਦ੍ਰਿੜ ਭੂਮੀ ਜਾਂ ਦ੍ਰਿੜ ਭੂਮਿਕਾ ਵਾਲਾ ਅਭਿਆਸ ਜਾਂ ਪੱਕੇ ਤੌਰ 'ਤੇ ਜਿਹੜਾ ਅਭਿਆਸ ਹੈ, ਇਸ ਨੂੰ ਕਹਿੰਦੇ ਜਾਣ ਲਵੋ ਆਪਣੇ ਅੰਤਰਾਤਮੇ। ਫਿਰ ਵੈਰਾਗ ਦੱਸਦੇ ਆ। ਕਈ ਲੋਕ ਕਹਿੰਦੇ ਆ ਜੀ ਮੈਂ ਤਾਂ ਜਦੋਂ ਬਾਣੀ ਪੜ੍ਹਦਾ ਨਾ ਜਾਂ ਮੈਂ ਜਦੋਂ ਸਤਿਗੁਰਾਂ ਦੇ ਬਚਨ ਸੁਣਦਾ ਨਾ, ਸਾਨੂੰ ਬੜਾ ਵੈਰਾਗ ਆਉਂਦਾ, ਮੇਰਾ ਮਨ ਤਾਂ ਬੜਾ ਵੈਰਾਗੀ ਹੋ ਗਿਆ। ਸੋ ਉਹ ਵੈਰਾਗ ਜਿਹੜਾ ਹੈ ਕਈ ਵਾਰੀ ਥੋੜ੍ਹਾ ਚਿਰ ਹੁੰਦਾ, ਜਿਹੜਾ ਆਪਾਂ ਪਹਿਲਾਂ ਹੀ ਕਿਹਾ ਨਾ ਵੀ ਇੱਕ ਗਧਾ ਵੈਰਾਗ ਜਿਹਾ ਹੁੰਦਾ, ਵੀ ਥੋੜ੍ਹੇ ਸਮੇਂ ਬਾਅਦ ਥੋੜ੍ਹਾ ਜਿਹਾ ਸਮਾਂ ਵੈਰਾਗ ਆਉਣਾ ਅਤੇ ਫਿਰ ਉਸੇ ਅਵਸਥਾ ਦੇ ਵਿੱਚ ਪਹੁੰਚ ਜਾਣਾ। ਜਿਵੇਂ ਮਹਾਂਪੁਰਖਾਂ ਦੇ ਬਚਨ ਹੈ ਵੀ ਆਇਆ ਬੁੱਲਾ ਪਾਉਣ ਦਾ, ਚੜ੍ਹਿਆ ਕੱਖ ਆਕਾਸ, ਢਹਿੰਦਾ ਢਹਿੰਦਾ ਢਹਿ ਪਿਆ ਕੱਖ ਕੱਖਾਂ ਦੇ ਪਾਸ। ਇੱਕ ਵਾਰੀ ਉਬਾਲ ਜਾ ਆਵੇ ਵੀ ਮੈਂ ਤਾਂ ਬਸ ਅੱਜ ਤੋਂ ਬਾਅਦ ਬਾਣੀ ਪੜ੍ਹਿਆ ਕਰਨੀ ਹੈ, ਸਿਮਰਨ ਹੀ ਕਰਿਆ ਕਰਨਾ ਹੈ, ਬਸ ਸੇਵਾ ਵਿੱਚ ਹੀ ਲੱਗ ਜਾਣਾ ਹੈ। ਅਤੇ ਥੋੜ੍ਹੇ ਜਿਹੇ ਦਿਨਾਂ ਬਾਅਦ ਜਾਂ ਥੋੜ੍ਹੇ ਜਿਹੇ ਮਹੀਨਿਆਂ ਬਾਅਦ ਫਿਰ ਉਹੀ ਖਿਆਲ ਆਉਣ ਲੱਗ ਪੈਣ ਵੀ ਨਹੀਂ ਹੁਣ ਘਰ ਚੱਲੀਏ, ਵੀ ਇੱਦਾਂ ਨਹੀਂ ਸਰਦਾ, 24 ਘੰਟੇ ਮਾਲਾ ਫੜਿਆ ਥੋੜ੍ਹੀ ਸਰਨਾ, ਰੱਬ ਦਾ ਨਾਮ ਜਪ ਜਪ ਕੇ ਇਕੱਲਾ ਥੋੜ੍ਹੀ ਸਰ ਜਾਣਾ। ਉਹ ਵੈਰਾਗ ਜਿਹੜਾ ਫਿਰ ਖਤਮ ਹੋ ਜਾਣਾ, ਤੀਬਰਤਾ ਨਾ ਰਹਿਣੀ ਉਹਦੇ ਵਿੱਚ। ਸੋ ਉਹ ਜਿਹੜਾ ਐਸਾ ਵੈਰਾਗ ਹੈ, ਸੋ ਇੱਕ ਇਸ ਪ੍ਰਕਾਰ ਦਾ ਵੀ ਵੈਰਾਗ ਹੈ। ਇੱਕ ਹੈ ਤਰ ਤਮ ਤਰ ਤੀਬਰ ਵੈਰਾਗ, ਜਿਹੜਾ ਹਮੇਸ਼ਾ ਇੱਕੋ ਜਿਹਾ ਹੀ ਰਹਿੰਦਾ ਹੈ, ਜਿਸ ਵੈਰਾਗ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਅਤੇ ਜਿਹੜਾ ਥੋੜ੍ਹਾ ਚਿਰਾ ਵੈਰਾਗ ਹੈ ਉਹ ਕਈ ਵਾਰੀ ਸਾਡੇ ਕਹਿਣ ਸੁਣਨ ਮਾਤਰ ਹੀ ਹੁੰਦਾ। ਅਸੀਂ ਸਿਰਫ ਕਈ ਵਾਰੀ ਦਿਖਾਵਾ ਕਰਦੇ ਹਾਂ ਦੂਜਿਆਂ ਨੂੰ ਦੱਸਣ ਵਾਸਤੇ ਵੀ ਮੈਂ ਤਾਂ ਨਾ ਜੀ ਜਦੋਂ ਗੁਰਬਾਣੀ ਦਾ ਸ਼ਬਦ ਪੜ੍ਹ ਲਵਾਂ ਤਾਂ ਉਸ ਵੇਲੇ ਮੇਰੇ ਤਾਂ ਅੱਖਾਂ ਵਿੱਚੋਂ ਅਥਰੂ ਚੱਲ ਪੈਂਦੇ ਆ, ਪਰ ਉਹ ਹੁੰਦਾ ਥੋੜ੍ਹੇ ਚਿਰ ਵਾਸਤੇ ਹੀ ਹੈ। ਜਾਂ ਸੰਗਤ ਦੇ ਵਿੱਚ ਕੋਈ ਕਥਾ ਕੀਰਤਨ ਸੁਣਦਿਆਂ ਕੋਈ ਸ਼ਬਦ ਐਸਾ ਆ ਜਾਵੇ, ਕੋਈ ਸਾਖੀ ਪ੍ਰਮਾਣ ਐਸਾ ਆ ਜਾਵੇ, ਸਾਡਾ ਮਨ ਉਛਾਲਾ ਮਾਰਦਾ, ਇੱਕਦਮ ਅੱਖਾਂ ਵਿੱਚੋਂ ਨੇਤਰਾਂ ਦੇ ਵਿੱਚੋਂ ਨੀਰ ਵਹਿੰਦਾ। ਜਿਵੇਂ ਸਾਹਿਬਜ਼ਾਦਿਆਂ ਦੀ ਗੱਲ ਕਰੀਏ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ, ਵੀ ਜਦੋਂ ਦਸ਼ਮੇਸ਼ ਪਿਤਾ ਜੀ ਨੂੰ ਆ ਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਕਹਿੰਦੇ ਆ ਨਾ ਕਿ ਪਿਤਾ ਜੀ ਮੈਂ ਵੀ ਮੈਦਾਨੇ ਜੰਗ ਵਿੱਚ ਜੂਝਣਾ ਚਾਹੁੰਦਾ, ਅਤੇ ਸਤਿਗੁਰੂ ਜੀ ਛਾਤੀ ਨਾਲ ਲਾ ਕੇ ਕਹਿੰਦੇ ਆ ਪੁੱਤਰਾ ਇਸ ਕੌਮ ਨੂੰ ਜਵਾਨੀਆਂ ਦੀ ਲੋੜ ਪੈਣੀ ਹੈ, ਹਮੇਸ਼ਾ ਲੋੜ ਪੈਂਦੀ ਵੀ ਰਹੇਗੀ, ਪਰ ਜਿਵੇਂ ਅੱਜ ਬਿਨਾਂ ਆਵਾਜ਼ ਮਾਰੇ ਤੋਂ ਤੂੰ ਆਇਆ ਨਾ, ਇਸੇ ਤਰ੍ਹਾਂ ਨੌਜਵਾਨ ਛਾਲਾਂ ਮਾਰ ਮਾਰ ਕੇ ਅੱਗੇ ਆਇਆ ਕਰਨਗੇ ਕੌਮ ਦੇ ਵਾਸਤੇ, ਜਵਾਨੀਆਂ ਭੇਟ ਕਰਨ ਵਾਸਤੇ, ਅਤੇ ਉਹਨਾਂ ਨੂੰ ਬੁਲਾਉਣਾ ਨਹੀਂ ਪਿਆ ਕਰੇਗਾ ਆਵਾਜ਼ਾਂ ਮਾਰ ਕੇ, ਘਰਾਂ ਤੋਂ ਉਠਾਉਣਾ ਨਹੀਂ ਪਵੇਗਾ। ਅਤੇ ਉਦੋਂ ਸਾਡੇ ਮਨ ਵਿੱਚ ਕਈ ਵਾਰੀ ਵਿਰਾਗ ਜਿਹਾ ਆਉਂਦਾ ਹੈ ਵੀ ਦੇਖੋ 10ਵੇਂ ਪਾਤਸ਼ਾਹ ਜੀ ਆਪਣੇ ਪੁੱਤਰ ਮੋਹ ਦੇ ਵਿੱਚ ਨਹੀਂ ਪਏ, ਸਗੋਂ ਇੱਕ ਸੂਰਮੇ ਦਾ ਹੌਸਲਾ ਵਧਾ ਰਹੇ ਹੈ। ਇਸੇ ਤਰ੍ਹਾਂ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਕਥਾ ਵਾਰਤਾ ਚੱਲਦੀ ਹੈ, ਜਦੋਂ ਨੀਹਾਂ ਵਿੱਚ ਚਿਣੇ ਜਾਣ ਦੀ ਗੱਲ ਆਉਂਦੀ ਹੈ, ਜਾਂ ਦਾਦੀ ਮਾਂ ਤੋਂ ਵਿਛੜਨ ਦਾ ਜਿਹੜਾ ਸੀਨ ਆਉਂਦਾ ਹੈ, ਉਸ ਵੇਲੇ ਸਾਡਾ ਮਨ ਵੈਰਾਗੀ ਹੋ ਜਾਂਦਾ ਹੈ। ਪਰ ਉਹ ਸੰਗਤ ਵਿੱਚ ਬੈਠਿਆਂ ਬੈਠੇ ਹੁੰਦਾ, ਜਦੋਂ ਤੱਕ ਆਪਾਂ ਜੋੜਾ ਘਰ ਤੱਕ ਜਾਂਦੇ ਹਾਂ ਉਦੋਂ ਤੱਕ ਉਹ ਵੈਰਾਗ ਲੱਥ ਚੁੱਕਿਆ ਹੁੰਦਾ ਹੈ। ਇਸ ਪ੍ਰਕਾਰ ਦਾ ਵੀ ਵੈਰਾਗ ਹੁੰਦਾ ਹੈ। ਔਰ ਕਈ ਵਾਰ ਕੋਈ ਘਾਟਾ ਪੈ ਜਾਏ ਸਾਨੂੰ ਬਿਜ਼ਨਸ ਦੇ ਵਿੱਚ, ਉਦੋਂ ਵੀ ਕਹਿੰਦੇ ਆ ਵੀ ਬਸ ਹੁਣ ਰੱਬ ਤੋਂ ਬਿਨਾਂ ਸਾਡਾ ਕੋਈ ਨਹੀਂ ਜੀ, ਛੱਡ ਤਾ ਦੁਨੀਆ ਦੇ ਖਿਆਲ ਹੁਣ ਤਾਂ ਆਪਾਂ। ਕੋਈ ਸੰਪਤੀ ਨਾਸ਼ ਹੋ ਜਾਵੇ, ਕੋਈ ਚੋਰੀ ਹੋ ਜਾਵੇ, ਕੋਈ ਪੁੱਤਰ ਚੜ੍ਹਾਈ ਕਰ ਜਾਵੇ, ਕੋਈ ਘਰ ਵਾਲੀ ਚੜ੍ਹਾਈ ਕਰ ਜਾਵੇ, ਜਾਂ ਕਿਸੇ ਕਾਰਨ ਹੋਰ ਤੋੜ ਵਿਛੋੜਾ ਹੋ ਜਾਵੇ, ਸਤਿਗੁਰਾਂ ਨੇ ਬਾਣੀ ਵਿੱਚ ਕਿਹਾ ਨਾ ਨਾਰ ਮੋਈ ਘਰ ਸੰਪਤ ਨਾਸੀ, ਮੁੰਡਿਆ ਮੂੰਡ ਭਇਓ ਸੰਨਿਆਸੀ। ਉਸ ਵੇਲੇ ਫਿਰ ਮੂੰਡ ਜਾ ਮਨਾ ਕੇ, ਮੂੰਹ ਸਿਰ ਜਾ ਮਨਾ ਕੇ ਜੀ ਬਾਕੀ ਬਸ ਹੁਣ ਨਹੀਂ ਕੁਝ ਦੁਨੀਆ 'ਤੇ ਰੱਖਿਆ, ਅਤੇ ਅਸੀਂ ਤਾਂ ਸੰਨਿਆਸੀ ਹੁੰਦੇ ਹਾਂ, ਇਹ ਕਹਿ ਕੇ ਬਹਿ ਜਾਣਾ। ਅਤੇ ਕਈ ਉਹ ਸੰਨਿਆਸੀ ਬਣਨ ਤੋਂ ਬਾਅਦ ਵੀ, ਸਭ ਕੁਝ ਛੱਡਣ ਤੋਂ ਬਾਅਦ ਵੀ ਇੱਕ ਵਾਰ ਵੈਰਾਗ ਦੇ ਵਿੱਚ ਆ ਕੇ ਛੱਡ ਦਿੰਦੇ ਆ। ਬਾਅਦ ਵਿੱਚ ਫਿਰ ਉਹਨਾਂ ਚੀਜ਼ਾਂ ਨੂੰ ਚਿੱਥਦੇ ਫਿਰਦੇ ਆ ਜੀ ਮੈਂ ਐਵੇਂ ਨਹੀਂ ਸਾਧ ਬਣਿਆ, ਮੈਨੂੰ ਐਵੇਂ ਨਾ ਜਾਣਿਓ, 70 ਕਿੱਲਿਆਂ ਨੂੰ ਲੱਤ ਮਾਰ ਕੇ ਆਇਆ। ਕਈ ਹੁੰਦੇ ਆ ਨਾ, ਵੈਰਾਗੀ ਵੀ ਕਹਾਉਣਾ, ਸੰਨਿਆਸੀ ਵੀ ਕਹਾਉਣਾ, ਅਤੇ ਨਾਲ ਨਾਲ ਚਤਾਰੀ ਵੀ ਜਾਣਾ ਵੀ ਮੈਂ ਆਹ ਕੁਝ ਛੱਡ ਕੇ ਆਇਆ। ਫਿਰ ਉਹ ਛੱਡੇ ਦਾ ਫਾਇਦਾ ਕੀ ਹੋਇਆ ਜੇ ਉਹਨੂੰ ਬਾਰ-ਬਾਰ ਚਿੱਥੀ ਜਾਣਾ। ਐਵੇਂ ਹੀ ਇੱਕ ਸੰਨਿਆਸੀ ਸੀ, ਉਹ ਕਥਾ ਕਰਿਆ ਕਰੇ ਸੰਗਤ ਦੇ ਵਿੱਚ, ਅਤੇ ਕਥਾ ਕਰਦਿਆਂ ਕਰਦਿਆਂ ਉਹਨੇ ਹਉਮੈ ਹੰਕਾਰ ਦੇ ਨਾਲ ਇਹ ਜ਼ਰੂਰ ਦੱਸਣਾ, ਕਹਿੰਦਾ ਵੀ ਦੁਨੀਆ ਦੇ ਲੋਕੋ ਮੈਨੂੰ ਐਵੇਂ ਨਾ ਜਾਣਿਓ ਵੀ ਐਵੇਂ ਕੋਈ ਭੁੱਖਾ ਮਰਦਾ ਸਾਧ ਬਣ ਗਿਆ, ਚੰਗਾ ਘਰ ਪਰਿਵਾਰ ਹੈ, ਘਰ ਵਾਲੀ ਛੱਡ ਕੇ ਆਇਆ, ਸੋਹਣੇ ਬੱਚੇ ਘਰੇ ਛੱਡ ਕੇ ਆਇਆ, ਅਤੇ ਬੜੀ ਜ਼ਮੀਨ ਜਾਇਦਾਦ ਸੀ, ਸਭ ਕਾਸੇ ਨੂੰ ਲੱਤ ਮਾਰ ਕੇ ਆਇਆ। ਉਹ ਜਦੋਂ ਇੱਦਾਂ ਇੱਕ ਦੋ ਵਾਰੀ ਕਿਸੇ ਗੁਰਮੁਖ ਨੇ ਸੁਣਿਆ ਨਾ, ਤਾਂ ਇੱਕ ਦਿਨ ਉਹ ਜਦੋਂ ਸਾਧੂ ਇੱਦਾਂ ਕਹਿਣ ਲੱਗਿਆ ਤਾਂ ਸੰਗਤ ਵਿੱਚ ਉੱਠ ਕੇ ਖੜ੍ਹਾ ਹੋ ਗਿਆ, ਕਹਿੰਦਾ ਬਾਬਾ ਜੀ ਇੱਕ ਵਚਨ ਕਰਨਾ ਸੀ। ਕਹਿੰਦਾ ਦੱਸੋ। ਕਹਿੰਦਾ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਤੁਸੀਂ ਘਰ-ਬਾਰ ਛੱਡਿਆ, ਤਿਆਗ ਦਿੱਤਾ, ਸਭ ਕੁਝ ਛੱਡ ਦਿੱਤਾ,
ਕਹਿੰਦਾ ਹਾਂ ਕੋਈ ਸ਼ੱਕ ਨਹੀਂ ਛੱਡਿਆ। ਤੁਸੀਂ ਕਹਿੰਦਾ ਪੁੱਤਰ ਧੀਆਂ ਵੀ ਛੱਡੇ, ਕੋਈ ਸ਼ੱਕ ਨਹੀਂ। ਕਹਿੰਦਾ ਜੀ ਛੱਡਿਆ। ਕਹਿੰਦਾ ਤੁਸੀਂ ਘਰ ਪਰਿਵਾਰ ਜ਼ਮੀਨ ਜਾਇਦਾਦ ਸਭ ਕੁਝ ਛੱਡ ਕੇ ਸਾਧੂ ਬਣੇ, ਸੰਨਿਆਸੀ ਬਣ ਗਏ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਕਹਿੰਦਾ ਜੀ ਕੋਈ ਸ਼ੱਕ ਨਹੀਂ, ਠੀਕ ਹੈ, ਮੈਂ ਜੋ ਕਹਿ ਰਿਹਾ ਠੀਕ ਹੈ। ਪਰ ਕਹਿੰਦਾ ਜੀ ਤੁਸੀਂ ਤਾਂ ਸਭ ਕਾਸੇ ਨੂੰ ਛੱਡ ਦਿੱਤਾ, ਪਰ ਸਭ ਕੁਝ ਉਹ ਤੁਹਾਡੀ ਲੱਤ ਨਾਲ ਹੀ ਚਿੰਬੜਿਆ ਰਹਿ ਗਿਆ। ਬੋਲੋ ਸਤਨਾਮ। ਉਹ ਤੁਹਾਡੇ ਨਾਲ ਹੀ ਚਿੰਬੜਿਆ ਫਿਰਦਾ। ਤੁਸੀਂ ਤਾਂ ਉਹਨੂੰ ਛੱਡਣ ਦਾ ਯਤਨ ਕੀਤਾ, ਪਰ ਲੱਗਦਾ ਉਹਨੇ ਨਹੀਂ ਤੁਹਾਨੂੰ ਛੱਡਿਆ। ਸਭ ਕੁਝ ਤੁਹਾਡੇ ਨਾਲ ਹੀ ਚਿੰਬੜਿਆ ਫਿਰਦਾ। ਸੋ ਇਸ ਪ੍ਰਕਾਰ ਵੀ ਕਈ ਵਾਰ ਵਿਰਾਗ ਹੁੰਦਾ। ਇੱਕ ਵਾਰ ਵਿਰਾਗਵਾਨ ਹੋ ਕੇ ਚਲੇ ਜਾਣਾ ਅਤੇ ਫਿਰ ਬਾਅਦ ਦੇ ਵਿੱਚ ਫਿਰ ਉੱਥੇ ਹੀ ਉਹਨਾਂ ਚੀਜ਼ਾਂ ਦੇ ਵਿੱਚ ਹੀ ਬਾਰ-ਬਾਰ ਫਸੀ ਜਾਣਾ। ਸੋ ਜਿਹੜਾ ਇੱਕ ਤਾਂ ਇਹ ਵਿਰਾਗ ਹੈ। ਦੂਜਾ ਜਿਹੜਾ ਵਿਰਾਗ ਦਾ ਇੱਥੇ ਜ਼ਿਕਰ ਆ ਰਿਹਾ ਕਥਾ ਦੇ ਵਿੱਚ, ਪੜ੍ਹਿਓ ਜੀ ਵਿਰਾਗ ਵਾਲੀ ਪੰਕਤੀ। ਅਸਲ ਵਿਰਾਗ ਕੀ ਹੈ? ਵਿਦਾਂਤ ਜਾਂ ਧਰਮ ਸ਼ਾਸਤਰ ਗੁਰੂ ਸਾਹਿਬਾਨ ਵਿਰਾਗ ਕਿਹਨੂੰ ਕਹਿੰਦੇ ਆ? ਕਈ ਵਾਰ ਤਾਂ ਆਪਾਂ ਕਹਿੰਦੇ ਹਾਂ ਬਾਣੀ ਪੜ੍ਹਦੇ ਹਾਂ, ਅੱਖਾਂ 'ਚੋਂ ਨੀਰ ਚੱਲ ਪਿਆ ਅਤੇ ਅਸੀਂ ਆਪਣੇ ਆਪ ਨੂੰ ਇਹ ਸਮਝਣ ਲੱਗ ਪੈਂਦੇ ਹਾਂ ਵੀ ਸ਼ਾਇਦ ਸਾਡੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਾਲੀ ਅਵਸਥਾ ਬਣ ਗਈ। ਮੈਂ ਨੀਰ ਵਹਿ ਚੱਲੇ ਜੀਓ ਵਾਲੀ, ਵੀ ਸ਼ਾਇਦ ਅਸੀਂ ਉਸ ਅਵਸਥਾ 'ਤੇ ਪਹੁੰਚ ਗਏ। ਪਰ ਹਾਲੇ ਕਿਉਂਕਿ ਕਈ ਪਹੁੰਚੇ ਵੀ ਹੁੰਦੇ ਆ, ਇਹ ਨਹੀਂ ਵੀ ਸਾਰੇ ਹੀ ਪਖੰਡੀ ਹੁੰਦੇ ਆ, ਕਈਆਂ ਦੇ ਉੱਤੇ ਗੁਰੂ ਕਿਰਪਾ ਵੀ ਕਰਦਾ। ਪਰ ਬਹੁਤਾ ਜਿਹੜਾ ਹੈ ਸਤਿਗੁਰੂ ਕਲਗੀਧਰ ਪਾਤਸ਼ਾਹ ਵੀ ਕਹਿੰਦੇ ਆ ਨਾ, ਆਖਣ ਭੀਤਰ ਤੇਰ ਕੋ ਡਾਰ, ਕਿ ਅੱਖਾਂ ਦੇ ਵਿੱਚ ਲੋਗਨ ਨੀਰ ਬਹਾਏ ਦਿਖਾਵੇ। ਅੱਖਾਂ ਦੇ ਵਿੱਚ ਤੇਲ ਪਾ ਕੇ ਨਾ ਕਈ, ਅਤੇ ਅੱਖਾਂ ਦੇ ਵਿੱਚ ਉਹ ਜਿਹੜੇ ਹੰਝੂ ਵਹਿੰਦੇ ਰਹਿੰਦੇ ਆ, ਲੋਕਾਂ ਨੂੰ ਦਿਖਾਉਂਦੇ ਆ ਵੀ ਮੈਂ ਬੜਾ ਵਿਰਾਗੀ ਹਾਂ। ਇਸ ਤਰ੍ਹਾਂ ਦੇ ਪਖੰਡੀ ਵੀ ਕਹਿੰਦੇ ਬਹੁਤ ਆ ਦੁਨੀਆਂ ਦੇ ਉੱਤੇ। ਪਰ ਅਸਲ ਜਿਹੜਾ ਵਿਰਾਗ ਹੈ, ਕਹਿੰਦੇ ਮਿੱਟੀ ਪ੍ਰੀਤ ਵਿਸ਼ਯਨ ਤੇ ਜਪੈ। ਕਹਿੰਦੇ ਜਦੋਂ ਸਾਰੇ ਵਿਸ਼ਿਆਂ ਦੇ ਵਿੱਚੋਂ ਪ੍ਰੀਤੀ ਮਿਟ ਜਾਵੇ, ਵਿਸ਼ੇ ਰਸ ਜਿਹੜੇ ਇਹ ਚੰਗੇ ਲੱਗਣੋਂ ਹਟ ਜਾਣ, ਇਹਨਾਂ ਵਿੱਚੋਂ ਮੋਹ ਖਤਮ ਹੋ ਜਾਵੇ, ਕਹਿੰਦੇ ਇਹਦਾ ਨਾਮ ਵਿਰਾਗ ਆ। ਵੀ ਇਹ ਹਿਰਦੇ ਦੇ ਵਿੱਚ ਵਿਰਾਗ ਆ ਗਿਆ। ਅੱਗੇ ਕਹਿੰਦੇ ਇਹ ਜਿਹੜਾ ਵਿਰਾਗ ਹੈ ਇਹ ਵੀ ਭਾਈ 4 ਪ੍ਰਕਾਰ ਦਾ, 4 ਕਿਸਮਾਂ ਦਾ ਹੈ। ਪਹਿਲਾ ਕਿਸਮ ਦਾ ਜਿਹੜਾ ਵਿਰਾਗ ਹੈ ਉਹ ਹੈ ਯਤਮਾਨ, ਤੇ ਦੂਸਰੇ ਦਾ ਨਾਮ ਵਿਤਰੇਕ ਵਿਚਾਰ ਲਵੋ। ਤੀਜਾ ਕਹਿੰਦੇ ਹੈ ਇੰਦਰੈ ਵਿਰਾਗ, ਇੱਕ ਇੰਦਰੈ ਵਿਰਾਗ, ਤੇ ਚੌਥਾ ਜਿਹੜਾ ਹੈ ਵਸੀਕਾਰ ਵਿਰਾਗ। ਇਹ ਕਹਿੰਦੇ ਕਹਿ ਦਿੱਤੇ ਹਨ, ਜਾਣ ਲਵੋ। ਕਹਿੰਦੇ ਹੁਣ ਇਹਨਾਂ ਦੇ ਲੱਛਣ ਦੱਸਦੇ, ਇਹਨਾਂ ਦਾ ਵਿਸਥਾਰ ਦੱਸਦੇ ਆ। ਪਹਿਲਾਂ ਨਾਂ ਦੱਸਿਆ ਨਾ 4 ਪ੍ਰਕਾਰ ਦਾ ਵਿਰਾਗ ਕਿਹੜਾ ਕਿਹੜਾ ਹੈ। ਹੁਣ ਕੱਲਾ ਕੱਲਾ ਦੱਸਣਗੇ ਵੀ ਇਹ ਯਤਮਾਨ ਕੀ ਹੈ, ਵਿਤਰੇਕ ਕੀ ਹੈ, ਇੱਕ ਇੰਦਰੈ ਵਿਰਾਗ ਕੀ ਹੈ, ਤੇ ਵਸੀਕਾਰ ਕੀ ਹੈ। ਕਹਿੰਦੇ ਇਨਕੋ ਲੱਛਣ ਭਣੋ, ਇਹਨਾਂ ਦੇ ਮੈਂ ਲੱਛਣ ਭਣੋ ਕਹੀਏ ਦੱਸਦਾ ਹਾਂ ਬੋਲ ਕੇ, ਜਥਾ ਲੈ ਜਿਸ ਪ੍ਰਕਾਰ ਮੈਂ ਜਾਣਿਆ ਹੈ। ਭਾਈ ਦਇਆ ਸਿੰਘ ਜੀ ਕਹਿੰਦੇ ਜਿਸ ਪ੍ਰਕਾਰ ਮੈਂ ਸਤਿਗੁਰੂ ਜੀ ਤੋਂ ਜਾਣਿਆ ਨਾ ਖਾਲਸਾ ਜੀ, ਉਸੇ ਪ੍ਰਕਾਰ ਤੁਹਾਨੂੰ ਮੈਂ ਅੱਗੇ ਦੱਸਦਾ ਇਹ ਵਿਰਾਗ ਦੇ ਲੱਛਣ ਕੀ ਹਨ। ਕਹਿੰਦੇ ਯਤਮਾਨ ਵਿਰਾਗ ਕੀ ਹੈ? ਸੰਸਾਰ ਨੂੰ ਦੁੱਖ ਰੂਪ ਪਛਾਣ ਲੈਣਾ, ਕਿ ਸੰਸਾਰ ਦੁੱਖਾਂ ਦਾ ਘਰ ਹੈ। ਔਰ ਸਾਧੂਆਂ ਮਹਾਤਮਾ ਗੁਰਸਿੱਖਾਂ ਦੀ ਸੇਵਾ ਦੇ ਵਿੱਚ ਮਹਾਨ ਰੁਚੀ ਹੋਣੀ, ਉਹਨਾਂ ਦੀ ਸੰਗਤ ਮਹਾਨ ਤੋਂ ਮਹਾਨ, ਬਹੁਤ ਤੋਂ ਬਹੁਤ ਉਹਨਾਂ ਦੀ ਸੰਗਤ ਵਿੱਚ ਰਹਿਣਾ। ਔਰ ਐਸੀ ਰੁਚੀ, ਐਸੀ ਮਨ ਵਿੱਚ ਭਾਵਨਾ ਬਣ ਜਾਣੀ ਕਿ ਮੈਂ ਸਤ ਸਰੂਪ ਪਰਮੇਸ਼ਰ ਨੂੰ ਪ੍ਰਾਪਤ ਕਰ ਲਵਾਂ। ਔਰ ਜਿਹੜੇ ਮੈਨੂੰ ਕਰਮਾਂ ਦੇ ਬੰਧਨ ਪਏ ਹੈ, ਜਨਮ ਮਰਨ ਦੇ ਬੰਧਨ ਪਏ ਹੈ, ਇਹਨਾਂ ਸਭ ਤੋਂ ਕਹਿੰਦੇ ਮੈਂ ਆਪਣੇ ਆਪ ਨੂੰ ਛੁਡਾ ਲਵਾਂ, ਇਹਨਾਂ ਤੋਂ ਛੁਟਕਾਰਾ ਪਾ ਲਵਾਂ। ਇਹਨੂੰ ਕਹਿੰਦੇ ਮਨ ਵਿੱਚ ਜਾਣ ਲਓ ਕਿ ਇਹ ਜਿਹੜਾ ਯਤਮਾਨ ਵੈਰਾਗ ਹੈ। ਔਰ ਸਾਧੂ ਸੰਤਾਂ ਦੀ ਮਹਾਨ ਸੰਗਤ ਕਰਦੇ ਰਹਿਣਾ, ਬਹੁਤ ਉਹਨਾਂ ਦੀ ਸੰਗਤ ਦੇ ਵਿੱਚ ਵਿਚਰਨਾ। ਅੱਗੇ ਕਹਿੰਦੇ ਜਿਹੜਾ ਵਿਤਰੇਕ ਵੈਰਾਗ ਆ ਉਹ ਕਿਹੜਾ ਹੈ? ਕਹਿੰਦੇ ਜਦੋਂ ਮਨੁੱਖ ਵਿਚਾਰਨ ਲੱਗ ਪਵੇ ਆਪਣੇ ਗੁਣਾਂ ਤੇ ਦੁੱਖਾਂ ਨੂੰ। ਹਾਲਾਂਕਿ ਤਾਂ ਹੈ ਤਾਂ ਉਲਟੀ ਗੱਲ ਆ ਨਾ, ਵੀ ਆਪਾਂ ਦੂਜੇ ਦੇ ਆਪਣੇ ਗੁਣਾਂ ਨੂੰ ਦੇਖਦੇ ਹਾਂ ਅਤੇ ਦੂਜੇ ਦੇ ਦੋਸ਼ਾਂ ਨੂੰ ਦੇਖਦੇ ਹਾਂ, ਦੂਜੇ ਦੇ ਔਗਣਾਂ ਨੂੰ ਦੇਖਦੇ ਹਾਂ। ਪਰ ਕਹਿੰਦੇ ਜਦੋਂ ਐਸੀ ਅਵਸਥਾ ਆ ਜਾਵੇ, ਆਪਣੇ ਔਗਣਾਂ ਨੂੰ, ਆਪਣੇ ਦੋਸ਼ਾਂ ਨੂੰ, ਔਰ ਮੇਰੇ ਵਿੱਚ ਕੀ ਕੀ ਕੁਆਲਿਟੀ ਹੈ, ਇਹਨਾਂ ਸਭ ਚੀਜ਼ਾਂ ਨੂੰ ਦੇਖਣ ਲੱਗ ਪਵੇ, ਤੇ ਫਿਰ ਇਹ ਵਿਚਾਰ ਕਰਨ ਲੱਗ ਪਵੇ ਵੀ ਇਹਨਾਂ ਦੋਸ਼ਾਂ ਨੂੰ
ਜੋ ਮੇਰੇ ਵਿੱਚ ਗਲਤੀਆਂ ਹਨ, ਵਿਕਾਰ ਹਨ, ਇਹਨਾਂ ਨੂੰ ਤਜਾਂ, ਛੱਡਾਂ ਕਿਵੇਂ, ਔਰ ਕਿਸ ਗੁਣ ਤੇ ਮੋਖ, ਕਿਹੜੇ ਗੁਣ ਮੈਂ ਧਾਰਨ ਕਰਾਂ, ਕਿਹੜੇ ਔਗੁਣਾਂ ਨੂੰ ਛੱਡਾਂ ਤੇ ਕਿਹੜੇ ਸ਼ੁਭ ਗੁਣਾਂ ਨੂੰ ਧਾਰਨ ਕਰਾਂ ਜਿਹਦੇ ਨਾਲ ਮੈਨੂੰ ਮੋਖ, ਮੁਕਤੀ, ਕੇਵਲ ਮੁਕਤੀ ਦੀ ਪ੍ਰਾਪਤੀ ਹੋ ਜਾਵੇ। ਫਿਰ ਕਹਿੰਦੇ ਸਤ, ਸੰਤੋਖ ਆਦਿਕ ਜਿਹੜੇ ਦੈਵੀ ਗੁਣ ਹਨ ਇਹਨਾਂ ਨੂੰ ਵਧਾਵੇ, ਵਧਾ ਲਵੇ ਆਪਣੇ ਮਨ ਵਿੱਚ, ਇਹਨਾਂ ਨੂੰ ਧਾਰਨ ਕਰ ਲਵੇ। ਜਿਹੜੇ ਔਗਣ ਹੈ, ਅਸੁਰੀ ਸੰਪਦਾ ਹੈ ਜਿਹੜੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਤਿਆਦਿਕ, ਇਹਨਾਂ ਨੂੰ ਹੌਲੀ ਹੌਲੀ ਕਰਕੇ ਘੱਟ ਕਰਦਾ ਜਾਵੇ। ਇਹ ਕਹਿੰਦੇ ਪਛਾਣ ਲਓ ਜਿਹੜੀ ਇਹ ਕਿਸਮ ਹੈ ਵੈਰਾਗ ਦੀ, ਇਹ ਵਿਤਰੇਕ ਵੈਰਾਗ ਹੈ। ਅੱਗੇ ਦੱਸਦੇ ਆ ਵੀ ਇੱਕ ਇੰਦਰਾ ਵੈਰਾਗ ਕਿਹੜਾ ਹੈ। ਕਹਿੰਦੇ ਜਿਹੜਾ ਇੱਕ ਇੰਦਰੀ ਕੋ ਸੁਣਦਾ ਕਾਨ, ਸੋ ਜਿਹੜਾ ਕਹਿੰਦੇ ਇੱਕ ਇੰਦਰੇ ਦਾ ਵੈਰਾਗ ਆ ਨਾ, ਇਹਨੂੰ ਕਹਿੰਦੇ ਕੰਨ ਦੇ ਕੇ ਸੁਣ ਲਓ, ਧਿਆਨ ਨਾਲ ਸੁਣੋ ਸਰੋਤਾ ਜਨੋ। ਕਹਿੰਦੇ ਜਿਹੜੇ ਬਾਹਰੀ ਵਿਸ਼ੇ ਹੈ ਉਹਨਾਂ ਦਾ ਤਿਆਗ ਕਰ ਦੇਣਾ ਚੰਗੀ ਤਰ੍ਹਾਂ। ਬਾਹਰੀ ਜਿਹੜੇ ਵਿਸ਼ੇ ਹੈ, ਬਾਹਰੀ ਵਿਸ਼ੇ ਰਸਾਂ ਦਾ ਚੰਗੀ ਤਰ੍ਹਾਂ ਤਿਆਗ ਕਰ ਦੇਣਾ। ਬਾਹਰੀ ਤੌਰ ਤੇ ਇੰਦਰੀਆਂ ਨੂੰ ਤਾਂ ਰੋਕ ਕੇ ਰੱਖਿਆ ਹੈ, ਇੰਦਰੇ ਗਲਤ ਪਾਸੇ ਨਹੀਂ ਜਾ ਰਹੇ, ਪੈਰ ਗਲਤ ਪਾਸੇ ਨਹੀਂ ਤੁਰ ਕੇ ਠੇਕਿਆਂ 'ਤੇ ਨਹੀਂ ਜਾ ਰਹੇ, ਗੁਰੂ ਕੀ ਸੰਗਤ ਵੱਲ ਆਉਂਦੇ ਹੈ। ਤਾਂ ਇਸੇ ਪ੍ਰਕਾਰ ਹੱਥ ਕਿਸੇ ਗਲਤ ਜਗ੍ਹਾ 'ਤੇ ਸਾਈਨ ਨਹੀਂ ਕਰ ਰਹੇ, ਝੂਠੀ ਗਵਾਹੀ ਦੇ ਉੱਤੇ ਸਾਈਨ ਨਹੀਂ ਕਰ ਰਹੇ, ਹੱਥਾਂ ਦੇ ਨਾਲ ਕਿਸੇ ਦਾ ਮਾੜਾ ਨਹੀਂ ਕਰ ਰਿਹਾ ਮਨੁੱਖ, ਇੰਦਰੀਆਂ ਨੂੰ ਰੋਕਿਆ ਹੋਇਆ। ਅੱਖਾਂ ਦੇ ਨਾਲ ਮਾੜਾ ਨਹੀਂ ਦੇਖ ਰਿਹਾ, ਇੰਦਰੀਆਂ ਨੂੰ ਰੋਕਿਆ ਹੋਇਆ। ਕੰਨਾਂ ਦੇ ਨਾਲ ਮਾੜਾ ਸੁਣਨਾ ਛੱਡ ਦਿੱਤਾ, ਇਹ ਵੀ ਇੰਦਰੇ ਨੂੰ ਰੋਕਿਆ ਹੋਇਆ। ਸੋ ਇਸ ਪ੍ਰਕਾਰ ਜਿਹੜੇ ਕਰਮ ਇੰਦਰੇ, ਗਿਆਨ ਇੰਦਰੇ, ਇਹਨਾਂ ਨੂੰ ਰੋਕਿਆ ਹੋਇਆ। ਬਾਹਰੀ ਤੌਰ 'ਤੇ ਤਾਂ ਰੋਕਿਆ ਹੋਇਆ, ਪਰ ਤਨਕ ਮਾਤਰ ਥੋੜ੍ਹਾ ਜਿਹਾ ਮਨ ਦੇ ਵਿੱਚ ਇਹ ਹੋਵੇ ਵੀ ਜੇ ਇਹ ਵਿਸ਼ੇ ਰਸ ਮੈਂ ਭੋਗ ਲੈਂਦਾ ਤਾਂ ਸ਼ਾਇਦ ਚੰਗਾ ਹੁੰਦਾ। ਮਨ ਦੇ ਵਿੱਚ ਵਾਸ਼ਨਾ ਹੋਵੇ, ਇੰਦਰੀਆਂ ਨੂੰ ਰੋਕਿਆ ਹੋਵੇ ਪਰ ਮਨ ਨਾ ਰੁਕਿਆ ਹੋਵੇ। ਇਸ ਪ੍ਰਕਾਰ ਦੀ ਜਿਹੜੀ ਅਵਸਥਾ ਹੈ, ਕਹਿੰਦੇ ਇਹਨੂੰ ਕਹਿੰਦੇ ਹਨ ਵੀ ਇਹ ਜਿਹੜੀ ਅਵਸਥਾ ਨਾ, ਇਹ ਏਕ ਇੰਦਰਾ ਵੈਰਾਗ ਹੈ। ਸੋ ਇੰਦਰੀਆਂ ਨੂੰ ਬਾਹਰੋਂ ਤਾਂ ਰੋਕਿਆ, ਪਰ ਮਨ ਦੇ ਵਿੱਚ, ਮਨ ਜਿਹੜਾ ਹੈ ਸੋ ਕਹਿੰਦੇ ਉਹ ਵਿਸ਼ਿਆਂ ਦੇ ਵਿੱਚ ਲਿਵਲੀਨ ਹੋਵੇ, ਮਨ ਹਲੇ ਵਿਸ਼ਿਆਂ ਦੇ ਵਿੱਚ ਖਚਿਤ ਹੋਵੇ, ਪੂਰੀ ਤਰ੍ਹਾਂ ਨਿਕਲਿਆ ਨਾ ਹੋਵੇ। ਇਹਨੂੰ ਕਹਿੰਦੇ ਏਕ ਇੰਦਰਾ ਵੈਰਾਗ। ਅੱਗੇ ਦੱਸਦੇ ਵਸੀਕਾਰ ਵੈਰਾਗ ਕੀ ਹੈ। ਕਹਿੰਦੇ ਵਸੀਕਾਰ ਕੋ ਸੁਣ ਇਸ ਵੇਰੇ, ਕਹਿੰਦੇ ਇਸ ਵੇਲੇ ਸੁਣੋ। ਕਹਿੰਦੇ ਤੁਹਾਨੂੰ ਵਸੀਕਾਰ ਵੀ ਦੱਸਦੇ ਹਾਂ, ਵਸੀਕਾਰ ਵੈਰਾਗ ਕਿਹੜਾ ਹੈ। ਕਹਿੰਦੇ ਜਿੰਨੇ ਵਿਸ਼ੇ ਭੋਗ ਹਨ ਦੋਵੇਂ ਲੋਕਾਂ ਦੇ, ਲੋਕ ਦੇ ਅਤੇ ਪਰਲੋਕ ਦੇ, ਇਹ ਮਨੁੱਖਾਂ ਦੇ ਅਤੇ ਦੇਵਤਿਆਂ ਦੇ। ਸੋ ਲੋਕ ਅਤੇ ਪਰਲੋਕ ਦੇ ਜਿੰਨੇ ਵੀ ਵਿਸ਼ੇ ਰਸ ਹਨ ਉਹਨਾਂ ਦੇ ਭੋਗ ਸ਼ਬਦ ਦਾ, ਸਪਰਸ਼ ਦਾ, ਰੂਪ ਦਾ, ਰਸ ਦਾ ਅਤੇ ਸੁਗੰਧੀ ਦਾ ਭੋਗਣਾ ਸਾਰੇ ਇੰਦਰੀਆਂ ਦੇ ਨਾਲ, ਕਿਉਂਕਿ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਜਾਵੇਗਾ ਅਤੇ ਇਸੇ ਤਰ੍ਹਾਂ ਸਪਰਸ਼ ਚਮੜੀ ਦੇ ਰਾਹੀਂ ਹੋਏਗਾ, ਰੂਪ ਅੱਖਾਂ ਨਾਲ ਦੇਖਿਆ ਜਾਵੇਗਾ, ਰਸ ਜਿਹੜਾ ਜ਼ੁਬਾਨ ਦੇ ਨਾਲ, ਰਸਨਾ ਨਾਲ ਲਿਆ ਜਾਵੇਗਾ, ਅਤੇ ਗੰਧ ਜਿਹੜੀ ਇਹ ਨਾਸਕਾ ਦੇ ਦੁਆਰਾ। ਸੋ ਇਹਨਾਂ ਇੰਦਰੀਆਂ ਦੇ ਦੁਆਰਾ ਇਹਨਾਂ ਵਿਸ਼ੇ ਰਸਾਂ ਨੂੰ ਜਿਹੜਾ ਭੋਗਣਾ ਹੈ, ਇਹ ਜਿਹੜੇ ਪੰਜੇ ਪ੍ਰਕਾਰ ਦੇ ਵਿਸ਼ੇ ਹਨ, ਵਿਸ਼ੇ ਰਸ ਹਨ, ਇਹਨਾਂ ਦੇ ਬੰਧਨਾਂ ਤੋਂ ਮਨ ਦਾ ਛੁੱਟ ਜਾਣਾ, ਇਹਨਾਂ ਵਿਸ਼ੇ ਰਸਾਂ ਦੇ ਬੰਧਨਾਂ ਤੋਂ ਮਨ ਦਾ ਜਿਹੜਾ ਮੁਕਤ ਹੋ ਜਾਣਾ ਹੈ। ਤੇ ਜਿਹੜੇ ਸਾਰੇ ਵਿਸ਼ੇ ਹੈ ਲੋਕ ਪਰਲੋਕ ਦੇ ਵਿੱਚ, ਸੋ ਕਹਿੰਦੇ ਸਾਰੇ ਹੀ ਵਿਸ਼ਿਆਂ ਨੂੰ ਮਨ ਕਰਕੇ ਇਹਨਾਂ ਨਾਲ ਇੰਨੀ ਘਿਰਣਾ ਪੈਦਾ ਹੋ ਜਾਣੀ ਵੀ ਇਹ ਤਾਂ ਕਾਗ ਦੀ ਗੰਦਗੀ, ਕਾਂ ਦੀ ਗੰਦਗੀ, ਕਾਂ ਦੀ ਵਿੱਠ ਵਰਗੇ ਹਨ। ਤੇ ਇਸ ਪ੍ਰਕਾਰ ਕਹਿੰਦੇ ਇਹ ਜਿਹੜੇ ਚੰਗੇ ਨਾ ਲੱਗਣ ਵਿਸ਼ੇ ਰਸ, ਇਉਂ ਲੱਗਣ ਜਿਵੇਂ ਕਿਸੇ ਮਨੁੱਖ ਨੇ ਆਪਣੇ ਮੂੰਹ ਦੇ ਵਿੱਚ ਉਲਟੀ ਕਰ ਦਿੱਤੀ ਹੁੰਦੀ ਹੈ, ਕਹਿ ਕਰ ਦਿੱਤੀ ਹੁੰਦੀ ਹੈ, ਉਹ ਤੋਂ ਆਪਾਂ ਘਿਰਣਾ ਕਰਦੇ ਆ ਨਾ। ਕਹਿੰਦੇ ਇਹ ਵਿਸ਼ੇ ਰਸ ਆ ਨਾ ਜਿਹੜੇ, ਸੋ ਇਹ ਕਹਿੰਦੇ ਉਲਟੀ ਦੀ ਤਰ੍ਹਾਂ ਜਦੋਂ ਭਾਉਣ ਲੱਗ ਪੈਣ, ਇਸ ਤਰ੍ਹਾਂ ਲੱਗਣ ਲੱਗ ਪੈਣ। ਕਹਿੰਦੇ ਇਹਨੂੰ ਵਸੀਕਾਰ ਵੈਰਾਗ ਕਹਿੰਦੇ ਹਨ। ਇਸ ਪ੍ਰਕਾਰ ਕਹਿੰਦੇ ਵੈਰਾਗ ਕਰਕੇ ਜਿਸ ਵੇਲੇ ਮਨ ਦੇ ਉੱਤੇ ਜਿੱਤ ਪ੍ਰਾਪਤ ਕਰ ਲਵੇ, ਔਰ ਜਿਹੜੀ ਆਤਮਾ ਹੈ, ਆਤਮ ਸਰੂਪ ਦੇ ਵਿੱਚ ਜਿਹੜਾ ਨੀਤ ਨਿੱਤਾ ਪ੍ਰਤੀ ਰਹਿਣ ਵਾਲਾ ਹੈ,
ਕਦੇ ਨਾ ਖਤਮ ਹੋਣ ਵਾਲਾ ਜਿਹੜਾ ਆਤਮ ਸਰੂਪ ਹੈ ਉਹਦੇ ਵਿੱਚ ਸਥਿਰਤਾ ਹੋ ਜਾਵੇ, ਮਨ ਦੀਆਂ ਬਿਰਤੀਆਂ ਟਿਕ ਜਾਣ ਚੰਗੀ ਤਰ੍ਹਾਂ। ਬ੍ਰਹਮ ਗਿਆਨ ਸੂਰਜ ਕੇ ਸੰਗ। ਤੇ ਇਸ ਪ੍ਰਕਾਰ ਕਹਿੰਦੇ ਬ੍ਰਹਮ ਗਿਆਨ ਸਰੂਪ ਜਿਹੜਾ ਹੈ ਇਹ ਸੂਰਜ ਦੀ ਤਰ੍ਹਾਂ ਹੈ, ਤੇ ਬ੍ਰਹਮ ਗਿਆਨ ਜਿਹੜਾ ਸੂਰਜ ਦੀ ਤਰ੍ਹਾਂ ਹੈ ਉਸ ਦੇ ਸੰਗ ਕਹਿੰਦੇ ਜਦੋਂ ਬ੍ਰਹਮ ਗਿਆਨ ਸੂਰਜ ਦੀ ਤਰ੍ਹਾਂ ਚਮਕ ਪਿਆ ਨਾ, ਉਸ ਵੇਲੇ ਕਹਿੰਦੇ ਤਮ ਅਗਿਆਨ ਸਕਲ ਦੇ ਭੰਗ। ਜਿਹੜਾ ਤਮ ਕਹੀਏ ਹਨੇਰਾ, ਹਨੇਰੇ ਰੂਪੀ ਅਗਿਆਨ ਹੈ, ਅਵਿਦਿਆ ਜਿਹੜੀ ਹਨੇਰੇ ਵਰਗੀ ਹੈ, ਉਹ ਕਹਿੰਦੇ ਸਕਲ ਦੇ ਭੰਗ। ਫਿਰ ਤਾਂ ਕਹਿੰਦੇ ਉਹ ਸਾਰੇ ਪ੍ਰਕਾਰ ਕਰਕੇ ਹੀ ਉਹ ਭੰਗ ਹੋ ਜਾਂਦੀ ਹੈ, ਨਾਸ਼ ਹੋ ਜਾਂਦੀ ਹੈ। ਸੋ ਇੱਥੇ ਹੀ ਇਸ ਅਧਿਆਏ ਦੀ ਸਮਾਪਤੀ ਹੈ। ਅੱਗੇ ਇੱਥੇ ਤੱਕ ਮੰਨਣ ਦਾ ਜਿਹੜਾ ਪੂਰਾ ਪ੍ਰਕਰਨ ਆ ਗਿਆ। ਅੱਗੇ ਬ੍ਰਹਮ ਗਿਆਨ ਉਪਦੇਸ਼ ਕਰਦਿਆਂ ਹੋਇਆਂ ਪਿਆਰੇ ਭਾਈ ਦਇਆ ਸਿੰਘ ਜੀ ਨਿਧਿਆਸਣ ਦੱਸਣਗੇ। ਸੋ ਇਸੇ ਪ੍ਰਕਾਰ ਸਾਖਿਆਤ ਬ੍ਰਹਮ ਗਿਆਨ ਬਾਰੇ ਦੱਸਣਗੇ। ਇਹ ਆਪਾਂ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਾਂਗੇ, ਕਿਉਂਕਿ ਨਵੇਂ ਅਧਿਆਏ ਦੀ ਸ਼ੁਰੂਆਤ ਇੱਥੋਂ ਹੋਣੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਖਿਮਾ ਬਖਸ਼ਿਸ਼ ਕਰਨ। ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਣੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਸਮੱਤ ਬਖਸ਼ ਕੇ ਆਪ ਜੀ ਦੇ ਚਰਨਾਂ ਦੀ ਸੇਵਾ ਲੈਣ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਸਮਾਪਤੀ ਗੁਰਫਤਿਹ ਦੀ ਸਾਂਝ ਕਰਾਂਗੇ। ਉਪਰੰਤ ਅਰਦਾਸ ਵਿੱਚ ਹਾਜ਼ਰੀ ਲਵਾਈਏ ਜੀ। ਬ੍ਰਹਮ ਗਿਆਨ ਸੂਰਜ ਕੇ ਸੰਗ। ਤਮ ਅਗਿਆਨ ਸਕਲ ਦੇ ਭੰਗ। हे गोविंद हे गोपाल हे दयाल लाल। प्राणनाथ अनाथ सखे दीन दर्द निवार। हे समर्थ आगम पूरन मोहे मया तार। अंधकूप महाभयान नानक पार उतार। वाहिगुरु जी का खालसा वाहिगुरु जी की फतेह।